सत श्री अकाल मेरे सारे दोस्तों, की हाल ने जी। उम्मीद करदा सारे ठीक होवोगे। चलो पुत्रो, अज अपना लैक्चर शुरू होने लगे, लैक्चर नंबर 4। तो अपने उधर 3 लैक्चर वो हो गए सच है ना, अपने होस्पिटल बेसड के। तो अज तो मैं भाई होस्पिटल बेसड का भी लैक्चर लाना, तो SSC वाले बच्चों का भी अज लैक्चर लगूगा। तो सारे बच्चे लैक्चर अटेंड जरूर करना गा। चलो जी, हुण आपां गल करन लगे हैं GK दे विच। ठीक है, GK की गल करन लगे हैं। वीडियो बहुत बहुत लाइक कर दो, शेयर कर दो, तो अपना चैनल सबसक्राइब कर दो। देखो बच्चों, ਜਿਹੜੇ ਬੱਚੇ ਨਵੇਂ ਉਹਨਾਂ ਬਾਰੇ ਵੀ ਇੱਕ ਗੱਲ ਕਹਿਣਾ ਚਾਹੁੰਦਾ। ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਹੁੰਦੀ ਆਪਾਂ ਥਿਊਰੀ ਪੜ੍ਹੀਏ ਪਹਿਲਾਂ, ਪਲੱਸ ਇੱਕ ਕਰੀਏ ਆਪਾਂ MCQ। ਠੀਕ ਹੈ, ਜੇ ਆਪਾਂ ਥਿਊਰੀ ਕਰਦੇ MCQ ਕਰਦੇ ਟਾਈਮ ਆਪਣੇ ਕੋਲ ਘੱਟ ਆ। ਦੇਖੋ 14 ਨਵੰਬਰ ਦਾ ਆਪਣਾ ਪੇਪਰ ਹੈ, ਆ ਸਮਝੋ 14 ਤਰੀਕ ਆ ਚੁੱਕੀ ਹੈ, ਸਮਝ ਲਓ। ਠੀਕ ਹੈ, ਅੱਜ ਦੇ ਟਾਈਮ ਦੇ ਵਿੱਚ ਜਿਵੇਂ ਜਮਾਂ ਸਹੀ ਤੁਸੀਂ ਮੰਨੋਗੇ ਤਾਂ ਆਪਣੇ ਕੋਲ 1 ਮਹੀਨਾ ਗਾ। ਠੀਕ ਹੈ, ਕਿੰਨਾ ਮਹੀਨਾ? 1 ਮਹੀਨਾ। ਹੁਣ ਉਹ 1 ਮਹੀਨੇ ਦੇ ਵਿੱਚ ਪੁੱਤਰੋ ਆਪਾਂ ਥਿਊਰੀ ਕਰਾਂਗੇ ਕਿ MCQ ਕਰਾਂਗੇ। 1 ਮਹੀਨਾ ਤਾਂ ਮੰਨ ਕੇ ਚਲੋ ਕਿ ਤੁਹਾਡੇ ਕੋਲ 30 ਦਿਨ, 30 ਦੇ ਵਿੱਚੋਂ ਮੈਨੂੰ ਇੰਨਾ ਪਤਾ ਕਿ 10 ਦਿਨ ਤਾਂ ਤੁਹਾਡੇ ਬੇਫਾਲਤੂ ਜਾਣਗੇ, ਕਿਉਂਕਿ ਕਿਸੇ ਨੂੰ ਕੋਈ ਪ੍ਰੋਗਰਾਮ ਆ ਗਿਆ, ਕਿਸੇ ਨੇ ਕਿਤੇ ਜਾਣਾ, ਕੋਈ ਰਿਸ਼ਤੇਦਾਰੀ ਆ ਗਈ, ਦੀਵਾਲੀ ਲੋਹੜੀ, ਆਹ ਦੀਵਾਲੀ ਦੁਸਹਿਰਾ, ਇਹਦੇ ਵਿੱਚ ਤੁਸੀਂ ਤੁਰੇ ਫਿਰਨ। ਦੁਸਹਿਰਾ ਦੇਖੇ ਮੈਨੂੰ ਪਤਾ ਤੁਹਾਡੇ 'ਚ ਕੋਈ ਨਹੀਂ ਰਹਿੰਦਾ। ਠੀਕ ਹੈ, ਤੁਸੀਂ ਸਾਰੇ ਦੇਖਣ ਜਾਓਗੇ ਦੁਸਹਿਰਾ, ਮੈਨੂੰ ਪਤਾ ਤੁਸੀਂ ਰੰਗ ਤਮਾਸ਼ੇ ਨੇ ਸਕੀਨ ਨੂੰ ਪੂਰੇ, ਅਤੇ ਦੁਸਹਿਰਾ ਪੱਕਾ ਦੇਖਣ ਜਾਓਗੇ, ਅਤੇ ਮੁੜ ਕੇ ਦੀਵਾਲੀ ਦੇ ਤਿਉਹਾਰ ਆ ਜਾਊਗਾ। ਠੀਕ ਹੈ, ਤਾਂ ਤੁਹਾਡੇ ਸਮਝ ਲਓ ਕਿ ਮਹੀਨੇ ਦੇ ਵਿੱਚੋਂ ਤੁਹਾਡੇ ਕੋਲ 20 ਜਾਂ 15 ਤੋਂ 20 ਦਿਨ ਰਹਿ ਗਏ ਤੁਹਾਡੇ ਕੋਲ ਵਾਪਸ। ਕਿੰਨੇ ਦਿਨ? 15 ਤੋਂ 20 ਦਿਨ। ਬਾਕੀ ਪੁੱਤਰੋ ਇਹੋ ਜਿਹੀ ਪੋਸਟ ਕਦੇ ਨਹੀਂ ਆਉਣੀ ਮੁੜ ਕੇ, ਕਿਉਂਕਿ ਪੇਪਰ ਦੇ ਵਿੱਚ ਨਾ ਤਾਂ ਮੈਥ ਹੈ, ਨਾ ਇੰਗਲਿਸ਼ ਹੈ, ਨਾ ਕੰਪਿਊਟਰ ਆ। ਓਨਲੀ 8ਵੀਂ ਤੱਕ ਦੀ GK ਪਲੱਸ ਅਤੇ ਹੋਮ ਬੇਸਡ ਹੋਸਪਿਟਲ। ਠੀਕ ਹੈ, ਦੋ ਚੀਜ਼ਾਂ ਹੈਗੀਆਂ। ਹੁਣ ਦੇਖੋ ਬੱਚੋ, GK ਦਾ ਹਰੇਕ ਬੰਦਾ ਕਰਵਾ ਦੂਗਾ ਤੁਹਾਨੂੰ। GK ਦਾ ਕੋਈ ਵੱਡੀ ਗੱਲ ਨਹੀਂ, GK ਤੁਸੀਂ ਆਪ ਵੀ ਕਰ ਲਓਗੇ। ਰੌਲਾ ਪੈਂਦਾ ਸਾਰਾ ਹੋਮ ਬੇਸਡ ਹੋਸਪਿਟਲ ਦਾ। ਜ਼ਿਆਦਾ ਜਿਹੜਾ ਪੋਰਸ਼ਨ ਪਾਉਣਾ ਉਹਨਾਂ ਨੇ ਹੋਮ ਬੇਸਡ ਹੋਸਪਿਟਲ ਦੇ ਵਿੱਚ ਪਾਉਣਾ, ਕਿਉਂਕਿ ਉਹਨਾਂ ਦਾ 1 ਸਾਲ ਦਾ ਕੋਰਸ ਹੈ। ਉਹਨਾਂ ਦਾ ਮੁੱਖ ਯੂਨੀਵਰਸਿਟੀ ਦਾ ਮੁੱਖ ਕੀ ਹੁੰਦਾ ਗਾ, ਉਹਨਾਂ ਨੂੰ ਇਹ ਹੁੰਦਾ ਕਿ ਜਿਹੜੇ ਸਾਡੇ ਆਪ ਦੇ ਸਟੂਡੈਂਟ ਹੈਗੇ ਉਹਨਾਂ ਨੂੰ ਵੱਧ ਤੋਂ ਵੱਧ ਸਿਲੈਕਟ ਕਰਵਾਈਏ। ਠੀਕ ਹੈ, ਉਹਨਾਂ ਨੂੰ ਵੱਧ ਤੋਂ ਵੱਧ ਸਿਲੈਕਟ ਹੋਣ ਸਾਡੇ ਯੂਨੀਵਰਸਿਟੀ ਸਟੂਡੈਂਟ। ਉਹਨਾਂ ਨੇ ਆਪਦੇ ਸਟੂਡੈਂਟ ਦੀ ਸੈਟਿੰਗ ਕਰਨੀ ਹੁੰਦੀ ਹੈ, ਤਾਂ ਕਰਕੇ ਆਪਾਂ ਨੂੰ ਮਿਹਨਤ ਦੀ ਥੋੜ੍ਹੀ ਜਿਹੀ ਜ਼ਿਆਦਾ ਲੋੜ ਹੈ। ਮੇਰੀ ਗੱਲ ਸਮਝ ਕੇ ਕਿੱਥੋਂ ਕਹਿਣਾ ਚਾਹੁੰਦਾ ਮੈਂ? ਹਰੇਕ ਗੱਲ ਕੋਈ ਡਿਟੇਲ 'ਚ ਨਹੀਂ ਦੱਸਣੀ ਚਾਹੀਦੀ। ਹਰੇਕ ਸਮਝਣ ਵਾਸਤੇ ਸ਼ਾਰੀ ਵਾਧੂ ਹੁੰਦਾ ਸਮਝਦਾਰ ਬੰਦੇ ਨੂੰ। ਕਹਿੰਦਾ ਮਤਲਬ ਕਿ ਉਹਨਾਂ ਨੇ ਆਪਦੇ ਸਿਲੈਕਟ ਕੈਂਡੀਡੇਟ ਵੀ ਸਿਲੈਕਟ ਕਰਵਾਉਣੇ ਵਿੱਚ, ਤਾਂ ਕਰਕੇ ਆਪਾਂ ਉਹਨਾਂ ਨੂੰ ਕੋਈ ਮੌਕਾ ਨਹੀਂ ਦੇਣਾ ਜਿਹਦੇ ਕਰਕੇ ਆਪਣੇ ਨੰਬਰ ਘੱਟ ਜਾਣ। ਤਾਂ ਕਰਕੇ ਆਹ GK ਤਾਂ ਤੁਹਾਡੇ ਵਾਸਤੇ ਜ਼ਰੂਰੀ ਹੈਗੀ, ਪਰ ਇਸ ਤੋਂ ਵੀ ਜ਼ਿਆਦਾ ਜ਼ੋਰ ਲਾਓ ਤੁਸੀਂ ਹੋਮ ਬੇਸਡ ਹੋਸਪਿਟਲ ਦੇ। ਹੋਮ ਬੇਸਡ ਹੋਸਪਿਟਲ ਦੇ ਮੈਂ 3 ਲੈਕਚਰ ਲਾ ਚੁੱਕੇ ਹਾਂ। ਠੀਕ ਹੈ, ਚੌਥਾ ਲੈਕਚਰ ਅੱਜ ਤੁਹਾਨੂੰ ਮਿਲ ਜੂਗਾ। ਇੱਕ ਭਾਈ ਵੱਧ ਤੋਂ ਵੱਧ ਬੰਦੇ ਨੂੰ ਜੋੜੋ। ਤੁਹਾਡੇ ਇਹ ਬਾਰ ਅਟੈਂਡੈਂਟ ਵੀਡੀਓ ਦੇ ਵਿਊ ਹੀ ਨਹੀਂ ਆਉਂਦੇ, 2000 ਵਿਊ ਮਸਾਂ ਰੋ ਕੇ ਆਉਂਦਾ ਗਾ। ਠੀਕ ਹੈ, ਫਿਰ ਮੈਨੂੰ ਪੜ੍ਹਾਉਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ। ਤਾਂ ਕਰਕੇ ਬੱਚੋ ਥੋੜ੍ਹਾ ਜਿਹਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ, ਲਾਈਕ ਵੀ ਕਰਿਆ ਕਰੋ। ਇਹ ਕੋਈ ਆਪਾਂ ਕੋਈ ਪੈਸਿਆਂ ਦੇ ਵਾਸਤੇ ਨਹੀਂ ਕੰਮ ਚਲਾਇਆ। ਤੁਹਾਨੂੰ ਕਿੰਨੇ ਵਜੇ ਦੱਸਿਆ ਕਿ 1000 2000 ਵਿਊ 'ਤੇ ਕੋਈ 5-10 ਰੁਪਏ ਨਹੀਂ ਬਣਦਾ, 5-10 ਰੁਪਏ ਬਣਦੇ, ਕੋਈ ਬਾਹਲੀ ਨਹੀਂ ਹੈਗੀ ਗੱਲਬਾਤ ਐਡੀ। ਠੀਕ ਹੈ, ਤਾਂ ਕਰਕੇ ਤੁਸੀਂ ਥੋੜ੍ਹਾ ਜਿਹਾ ਆਪਦੇ ਫਾਇਦੇ ਵਾਸਤੇ ਸੋਚੋ। ਠੀਕ ਹੈ, ਅਤੇ ਦੇਖੋ ਬੱਚੋ, ਕੱਲ੍ਹ ਮੈਂ ਭਾਈ ਇੱਕ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰੋ, ਸ਼ੇਅਰ ਕਰੋ, ਅਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ ਜੀ, ਚਲੋ ਚੱਲਦੇ ਹੁਣ ਆਪਾਂ। ਕੱਲ੍ਹ ਭਾਈ ਤੁਹਾਨੂੰ ਮੈਂ ਗੱਲ ਸਿਹਤ ਠੀਕ ਨਹੀਂ ਸੀ, ਤਾਂ ਕਰਕੇ ਮੈਂ ਥੋੜ੍ਹਾ ਉਲਝ ਗਿਆ ਸੀ। ਗਣਤੰਤਰ ਦਿਵਸ ਭਾਈ ਮੈਂ ਤੁਹਾਨੂੰ ਕਰਵਾ ਗਿਆ 15 ਅਗਸਤ। ਠੀਕ ਹੈ, ਦੇਖੋ ਇਹਦੇ 'ਚ ਬਿਲਕੁਲ ਛੋਟੀ ਜਿਹੀ ਗੱਲ ਹੈ। ਜੇ ਗਣਤੰਤਰ ਦਿਵਸ ਆਜ਼ਾਦੀ ਦਿਵਸ 'ਚ ਬੰਦਾ ਨੂੰ ਕਨਫਿਊਜ਼ਨ ਹੋ ਜਾਂਦੀ ਹੈ, ਤਾਂ ਇਹਦਾ ਆਨਸਰ ਤੁਸੀਂ ਲਾਣਾ ਗਣਤੰਤਰ ਦਿਵਸ 26 ਜਨਵਰੀ। ਠੀਕ ਹੈ, 26 ਜਨਵਰੀ ਆਨਸਰ ਲਾ ਲੈਣਾ ਗਾ। ਅਤੇ ਜਿਹੜਾ ਆਪਣਾ ਆਹ ਹੈਗਾ ਆਜ਼ਾਦੀ ਦਿਵਸ, ਇਹ ਲਾ ਲੈਣਾ 15 ਅਗਸਤ। ਠੀਕ ਹੈ, ਉਹਦੇ PDF ਜਿਹੜਾ ਮੈਂ ਤੁਹਾਨੂੰ ਸੈਂਡ ਕਰੂੰਗਾ, ਉਹਦੇ 'ਚ ਮੈਂ ਐਡਿਟ ਕਰ ਦੂੰਗਾ। ਠੀਕ ਹੈ, ਜਿੱਥੇ ਉਹਦੀ ਮਿਸਟੇਕ ਹੋਈ ਹੈ ਤਾਂ ਉਹ ਤੁਸੀਂ ਦੇਖ ਲਿਓ। ਇਸ ਤੋਂ ਬਾਅਦ ਅੱਜ ਆਪਣਾ ਪਹਿਲੇ ਆਪਰੇਸ਼ਨ ਸ਼ੁਰੂ ਕਰਨ ਲੱਗਿਆ। ਅੱਜ ਆਪਣਾ ਪਹਿਲਾ ਆਪਰੇਸ਼ਨ ਹੈਗਾ ਭਾਈ, ਸਾਧਨਾ ਤੋਂ ਕੀ ਭਾਵ ਹੈ। ਦੇਖੋ ਇਹ ਜਿਹੜੇ ਅਸੀਂ ਮੈਂ MCQ ਕੱਢ ਕੇ ਲਿਆਂਦੇ ਆ, ਜਿਹੜੇ ਸਿੰਪਲ GK ਹੈ, ਇਹਦੇ MCQ ਤਾਂ ਤੁਸੀਂ ਯਾਦ ਹੀ ਕਰ ਲਓ, ਸਿੱਧੀ ਯਾਦ ਕਰ ਲਓ। ਸਿੱਧੇ ਯਾਦ ਕਰਨ ਦਾ ਮਤਲਬ ਕੀ ਹੈ, ਇਹਨੂੰ ਤੁਸੀਂ ਡਿਟੇਲ 'ਚ ਲਿਜਾਣ ਦੀ ਕੋਈ ਲੋੜ ਨਹੀਂ ਹੈਗੀ। ਬੇਸਿਕ ਚੀਜ਼ ਹੈ ਪੁੱਤਰੋ। ਠੀਕ ਹੈ, ਜਿਹੜਾ ਕੋਈ ਐਕਸਟਰਾ ਪੁਆਇੰਟ ਹੁੰਦਾ ਉਹ ਤੁਹਾਨੂੰ ਮੈਂ ਨਾਲ ਕਰਵਾ ਦਿੰਦਾ ਗਾ। ਅਤੇ ਆਪਾਂ ਜਿਹੜਾ ਡਿਟੇਲ ਦੇ ਵਿੱਚ ਕਰਨਾ, ਡਿਟੇਲ ਦੇ ਵਿੱਚ ਕਰਨਾ ਆਪਾਂ ਹੋਮ ਬੇਸਡ ਹੋਸਪਿਟਲ ਕੇਅਰ। ਠੀਕ ਹੈ, ਇਹ ਆਪਾਂ ਡਿਟੇਲ ਦੇ ਵਿੱਚ ਕਰਨਾ, ਇਹ ਗੱਲ ਯਾਦ ਰੱਖਣੀ ਹੈ। ਇਹ ਆਪਾਂ ਸਿਰਫ ਜੇ ਜਿਹੜਾ MCQ ਕਰਵਾ ਰਹੇ MCQ ਕਰ ਲਓ, ਥਿਊਰੀ 'ਚ ਬਾਹਲਾ ਮੱਥਾ ਮਾਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ। ਬਸ ਓਨਲੀ ਜਿਹੜਾ ਕਰਵਾਇਆ ਵਾ ਇਹਨੂੰ ਚੰਗੀ ਤਰ੍ਹਾਂ ਰੱਖ ਲਿਓ। ਠੀਕ ਹੈ, ਤੁਹਾਨੂੰ ਉਧਰ ਨੂੰ ਮੈਂ ਘੱਟੋ ਘੱਟ 1500 MCQ ਕਰਵਾ ਦੂੰਗਾ। ਠੀਕ ਹੈ, ਘੱਟੋ ਘੱਟ 100 MCQ ਤਾਂ ਆਪਣਾ ਹੋ ਹੀ ਗਿਆ ਆਹ ਵੀਡੀਓ ਸਣੇ। ਠੀਕ ਹੈ, 100 MCQ ਹੋ ਗਿਆ, ਅਤੇ 1400 ਰਹਿ ਗਿਆ MCQ। ਉਹ ਆਪਾਂ ਵਿੱਚ ਦੀ ਇੱਕ ਮੈਰਾਥਨ ਕਲਾਸ ਲਾ ਦਾਂਗੇ। ਠੀਕ ਹੈ, ਅਤੇ ਉਹ ਕੋਈ ਚੱਕਰ ਨਾ ਬਣੋ, ਮੇਰੀ ਜ਼ਿੰਮੇਵਾਰੀ ਤੁਹਾਨੂੰ ਸਾਰਾ ਕੁਛ ਕਰਵਾਉਣ ਦੀ। ਓਕੇ, ਦੇਖੋ ਸਭ ਤੋਂ ਪਹਿਲੀ ਆਪਰੇਸ਼ਨ ਆਪਣੇ ਕੋਲ ਤੀਸਰਾ, ਪਹਿਲਾਂ ਵਾਲੀ ਤੁਸੀਂ ਐਡਿਟ ਸਹੀ ਕਰ ਲਿਓ ਗਲਤੀ ਆਪਣੀ। ਸਾਧਨਾ ਤੋਂ ਕੀ ਭਾਵ ਹੈ? ਸਾਧਨ, ਜਿਹੜੇ ਆਪਣੇ ਸਾਧਨ ਹੈਗੇ, ਜਿਵੇਂ ਆਪਣੇ ਆਵਾਜਾਈ ਦੇ ਸਾਧਨ ਹੋ ਗਏ, ਆਪਣੇ ਸੰਚਾਰ ਦੇ ਸਾਧਨ ਹੋ ਗਏ। ਠੀਕ ਹੈ, ਅਤੇ ਜਿਹੜੇ ਵੀ ਸਾਧਨ ਹੈ
ਜਿਨ੍ਹਾਂ ਨਾਲ ਆਪਾਂ ਨੂੰ ਕੋਈ ਫਾਇਦਾ ਹੁੰਦਾ। ਜੇ ਮੋਟਰ ਆਵਾਜਾਈ ਦੇ ਸਾਧਨ ਕਿਹੜੇ ਹੋ ਗਏ, ਮੋਟਰਸਾਈਕਲ, ਕਾਰਾਂ ਹੋ ਗਈਆਂ। ਸੰਚਾਰ ਦੇ ਸਾਧਨ ਕਿਹੜੇ ਹੋ ਗਏ, ਫੋਨ, ਮੋਬਾਇਲ ਹੋ ਗਏ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਨੂੰ ਸਾਧਨ ਕਹਿ ਦਿੰਦੇ ਆ। ਠੀਕ ਹੈ, ਜਿਹੜੀ ਚੀਜ਼ ਆਪਾਂ ਨੂੰ ਕੋਈ ਫਾਇਦਾ ਹੁੰਦਾ ਗਾ। ਕਹਿੰਦੇ ਸਾਧਨਾਂ ਤੋਂ ਕੀ ਭਾਵ ਹੈ, ਕਿਹਨੂੰ ਕਿਹਾ ਜਾਂਦਾ ਸਾਧਨ? ਕਹਿੰਦੇ ਉਪਯੋਗੀ ਪਦਾਰਥਾਂ ਨੂੰ। ਸਹੀ ਗੱਲ ਆ ਭਾਈ, ਜਿਹੜੇ ਆਪਣੇ ਉਪਯੋਗੀ ਪਦਾਰਥ ਆ, ਜਿਵੇਂ ਫੋਨ ਹੋ ਗਿਆ, ਆਪਣਾ ਮੋਟਰਸਾਈਕਲ, ਗੱਡੀਆਂ ਹੋ ਗਈਆਂ, ਆਪਣੇ ਸਾਰੇ ਉਪਯੋਗ ਕਰਦੇ ਆਪਾਂ ਇਹਦਾ। ਜਿਵੇਂ ਹੁਣ ਬਿਜਲੀ ਵੀ ਆਪਣਾ ਸਾਧਨ ਹੈ ਇੱਕ। ਠੀਕ ਹੈ, ਜਿਹਦੇ ਕਰਕੇ ਆਪਾਂ ਘਰੇ ਕਿੰਨੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ। ਗੈਸਾਂ ਹੋ ਗਈਆਂ, ਆਪਣੇ ਸਿਲੰਡਰ, ਇਹ ਸਾਰੇ ਆਪਣੇ ਕੀ ਇੱਕ ਸਾਧਨ ਹੈ ਜਿਹਦੇ ਕਰਕੇ ਆਪਾਂ ਉਪਯੋਗ ਕਰਦੇ ਹਾਂ, ਆਪਾਂ ਨੂੰ ਫਾਇਦਾ ਹੁੰਦਾ। ਮਨੁੱਖੀ ਜੀਵਨ ਦੇ ਵਿੱਚ ਜਿਹੜੀ ਚੀਜ਼ ਸਹਾਰਾ ਦਿੰਦੀ ਹੈ ਕਿਸੇ ਚੀਜ਼ ਨੂੰ, ਜਾਂ ਮਤਲਬ ਆਪਣਾ ਕੰਮ ਕਰਨ ਦੇ ਢੰਗ ਨੂੰ ਹੋਰ ਸੌਖਾ ਕਰਦੀ ਹੈ, ਉਹ ਚੀਜ਼ ਨੂੰ ਆਪਾਂ ਸਾਧਨ ਕਹਾਂਗੇ। ਠੀਕ ਹੈ, ਸਾਧਨ ਕੀ ਹੁੰਦੇ, ਇੱਕ ਉਪਯੋਗੀ ਪਦਾਰਥ ਹੁੰਦੇ ਆ। ਬਿਲਕੁਲ ਸਹੀ ਗੱਲ ਹੈ। ਮਨੁੱਖ ਦੀਆਂ ਲੋੜਾਂ, ਹਾਂ ਮਨੁੱਖ ਦੀਆਂ ਲੋੜਾਂ ਦੇ ਸਾਰੇ ਵਿੱਚੋਂ ਸਾਧਨਾਂ ਦੀ ਲੋੜ ਹੁੰਦੀ ਹੈ। ਜੇ ਆਪਾਂ ਜਿਹੜੀ ਲੋੜ ਹੀ ਨੇ ਉਹ ਆਪਾਂ ਸਾਧਨ ਬਣਾ ਕੇ ਕਰਨਾ ਕੀ ਹੈ? ਮਨੁੱਖ ਦੇ ਸੁੱਖ ਲਈ ਬਣਾਏ ਗਏ ਹਨ। ਬਿਲਕੁਲ ਸਹੀ ਗੱਲ ਹੈ ਇਹ ਵੀ। ਠੀਕ ਹੈ, ਤਾਂ ਇਹਦਾ ਆਨਸਰ ਆ ਜਾਊਗਾ ਡੀ ਨੰਬਰ ਆਪਸ਼ਨ ਸਾਰੇ। ਠੀਕ ਹੈ, ਤਾਂ ਇਹਦਾ ਆਨਸਰ ਆ ਜਾਊਗਾ ਸਾਧਨਾਂ ਤੋਂ ਕੀ ਭਾਵ ਹੈ ਭਾਈ? ਸਾਰੇ ਸਾਧਨਾਂ ਤੋਂ ਭਾਵ ਹੈ, ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਕੁਦਰਤੀ ਸਾਧਨ ਕਿਹੜੇ ਹੁੰਦੇ ਹਨ? ਕੁਦਰਤੀ, ਦੇਖੋ ਜਿਹੜੇ ਤਾਂ ਆਪਣੇ ਪਹਿਲਾਂ ਪੜ੍ਹ ਕੇ ਗਏ ਸਾਧਨਾਂ ਤੋਂ ਕੀ ਭਾਵ ਉਸ ਨੂੰ ਦੱਸਤਾ। ਇੱਕ ਹੁੰਦਾ ਕੁਦਰਤੀ ਸਾਧਨ। ਕੁਦਰਤੀ ਸਾਧਨ ਉਹ ਹੁੰਦੇ ਜਿਹੜੇ ਮਨੁੱਖ ਦੁਆਰਾ ਨਹੀਂ ਬਣਾਏ ਹੋਏ ਹੁੰਦੇ, ਜਿਹੜੇ ਕਿ ਕੁਦਰਤ ਦੁਆਰਾ ਹੀ ਸਾਂਚੇ ਤਿਆਰ ਕੀਤੇ ਗਏ ਹੁੰਦੇ, ਕੁਦਰਤ ਦੁਆਰਾ ਹੀ ਉਹਨਾਂ ਦਾ ਜਨਮ ਦਿੱਤਾ ਗਿਆ ਹੁੰਦਾ ਗਾ। ਉਹਨਾਂ ਨੂੰ ਆਪਾਂ ਕਹਿੰਦੇ ਨੇ ਕੁਦਰਤੀ ਸਾਧਨ। ਜੰਗਲ ਹੈ, ਜੰਗਲ ਆਪਾਂ ਤਾਂ ਨਹੀਂ ਬਣਾਏ, ਜੰਗਲ ਤਾਂ ਆਪਾਂ ਤੋਂ ਪਹਿਲਾਂ ਤਾਂ ਕਿੰਨੇ ਸਾਲ ਪਹਿਲਾਂ ਬਣੇ ਹੋਏ ਆ। ਠੀਕ ਹੈ, ਖਣਿਜ ਪਦਾਰਥ, ਸੂਰਜ ਊਰਜਾ, ਸੂਰਜ ਤਾਂ ਨਹੀਂ ਆਪਾਂ ਬਣਾਇਆ। ਠੀਕ ਹੈ, ਮਿੱਟੀ, ਸਮੁੰਦਰ, ਇਹ ਸਾਰੀਆਂ ਚੀਜ਼ਾਂ ਪਹਿਲਾਂ ਤੋਂ ਬਣੀਆਂ ਹੋਈਆਂ ਹੈਗੀਆਂ। ਤਾਂ ਇਹ ਸਾਰੇ ਡੀ ਨੰਬਰ ਆਪਸ਼ਨ ਆ ਗਿਆ ਭਾਈ। ਇਹ ਸਾਰੀਆਂ ਚੀਜ਼ਾਂ ਕਿਤੇ ਕੁਦਰਤੀ ਸਾਧਨ 'ਚ ਆਉਂਦੀਆਂ। ਹੁਣ ਪ੍ਰਸ਼ਨ ਕੀ ਪੁੱਛਿਆ ਜਾਣਾ ਕਿ ਸਾਧਨ ਕਿਹੜੇ ਹੁੰਦੇ ਅਤੇ ਕੁਦਰਤੀ ਸਾਧਨ ਕਿਹੜੇ ਹੁੰਦੇ? ਤਾਂ ਕੁਦਰਤੀ ਸਾਧਨ ਵੀ ਤੁਹਾਨੂੰ ਦੱਸ ਸਕਦੇ ਆਪਸ਼ਨਾਂ ਦੇ ਵਿੱਚ ਦੇ ਗਏ ਨੇ, ਜੋ ਕਿਹੜਾ ਕੁਦਰਤੀ ਸਾਧਨ ਨਹੀਂ ਹੈਗਾ। ਤੁਹਾਨੂੰ ਮੈਂ ਇੱਕ ਗੱਲ ਚੰਗੀ ਤਰ੍ਹਾਂ ਦੱਸ ਦਿੰਦਾ, ਪੇਪਰ ਆਉਣਾ ਜਮਾਂ ਸੌਖਾ। ਪਰ ਇੱਕ ਗੱਲ ਹੋਰ ਦੱਸਦਾ ਕਿ ਪੇਪਰ ਵਿੱਚ ਗਲਤੀਆਂ ਵੀ ਸਭ ਤੋਂ ਵੱਧ ਤੁਸੀਂ ਕਰਕੇ ਆਉਂਗੇ। ਇਹ ਗੱਲ ਮੇਰੀ ਅੱਜ ਦੀ ਯਾਦ ਰੱਖ ਲਿਓ। ਜੇ ਤਾਂ ਕਿਸੇ ਬੱਚੇ ਨੇ ਜਦੋਂ ਵੀ ਕੋਈ ਪ੍ਰਸ਼ਨ ਦੇਣਾ, ਆਪਾਂ ਪਹਿਲਾਂ ਉਹਦੇ ਚਾਰੇ ਆਪਸ਼ਨਾਂ ਪੜ੍ਹੋ, ਇਸ ਤੋਂ ਬਾਅਦ ਉਹਨਾਂ ਆਨਸਰ ਦਿਆ ਕਰੋ। ਮੈਨੂੰ ਪਤਾ ਆਪਾਂ ਦੇਖ ਕੇ ਸੌਖਾ ਪ੍ਰਸ਼ਨ ਦੇ ਲਾਲਚੀ ਉਹਦੇ ਵਾਲਾ ਕੰਮ ਹੋ ਜਾਂਦਾ ਆਪਣਾ। ਲਾਲਚ ਨਹੀਂ ਭੱਜ ਜਾਂਦੇ ਕਿ ਆਪਸ਼ਨ ਦੇਖਦੇ ਨਹੀਂ, ਪਰ ਜਿਹੜਾ ਸਾਹਮਣੇ ਪਿਆ ਧੜਾ ਧੜ ਉਹਦੇ ਨਿਸ਼ਾਨੀ ਲਾ ਦਿੰਦੇ। OMR ਸ਼ੀਟ 'ਤੇ ਪੇਪਰ ਹੋਣਾ ਇਹ। ਠੀਕ ਹੈ, ਇਸ ਤੋਂ ਬਾਅਦ ਭੂਮੀ ਮੁੱਖ ਤੌਰ 'ਤੇ ਕਿੰਨੀ ਧਰਾਤਲਾਂ ਵਿੱਚ ਵੰਡੀ ਹੋਈ ਹੈ? ਦੇਖੀ ਜਿਹੜੀ ਆਪਣੀ ਭੂਮੀ ਹੈ, ਧਰਤੀ ਆਪਣੀ। ਠੀਕ ਹੈ, ਇਹਨੂੰ ਧਰਾਤਲਾਂ 'ਚ ਵੰਡਿਆ ਹੋਇਆ। ਕਿੰਨੇ ਧਰਾਤਲ ਭਾਗਾਂ ਦੇ ਵਿੱਚ ਵੰਡਿਆ ਗਿਆ ਉਹਨੂੰ? 1 'ਚ, 2 'ਚ, 3 'ਚ, 4 'ਚ। ਤਾਂ ਭਾਈ ਇਹਦਾ ਆਨਸਰ ਹੈਗਾ ਗਾ 3 ਭਾਗਾਂ ਦੇ ਵਿੱਚ ਵੰਡਿਆ ਹੋਇਆ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਕਿਉਂਕਿ ਆਪਣੀ ਭੂਮੀ ਨੂੰ, ਭੂਮੀ ਕਿਹੜੇ 3 ਧਰਾਤਲੀ ਭਾਗਾਂ ਦੇ ਵਿੱਚ ਵੰਡੀ ਹੋਈ ਹੈ ਦੱਸੋ? ਇੱਕ ਤਾਂ ਹੁੰਦੇ ਆਪਣੇ ਪਰਬਤ ਭਾਈ। ਦੇਖੋ ਆ ਪਰਬਤ ਹੋ ਗਏ ਆਪਣੇ। ਠੀਕ ਹੈ, ਇੱਕ ਪਠਾਰ ਹੋ ਗਏ, ਇਹ ਉੱਚੇ ਨੀਵੇਂ ਹੁੰਦੇ ਆ ਪਠਾਰ। ਇੱਕ ਮੈਦਾਨ ਹੋ ਗਏ, ਮੈਦਾਨ ਆਏ ਹੁੰਦੇ ਆ ਬਿਲਕੁਲ ਪੱਧਰੇ। ਠੀਕ ਹੈ, ਤਾਂ ਭੂਮੀ ਦੇ 3 ਧਰਾਤਲੀ ਭਾਗ ਆ ਭਾਈ। ਕਿਹੜੇ ਕਿਹੜੇ? ਪਰਬਤ, ਪਠਾਰ ਅਤੇ ਮੈਦਾਨ। ਅਤੇ ਇਹਦਾ ਆਨਸਰ ਆ ਜਾਊਗਾ ਡੀ ਨੰਬਰ ਆਪਸ਼ਨ। ਠੀਕ ਹੈ ਮੇਰੇ ਪੁੱਤਰੋ, ਹੁਣ ਚੱਲਦੇ ਆਪਾਂ ਅੱਗੇ। ਇੱਕ ਗੱਲ ਬੱਚਿਓ ਮੈਂ ਤੁਹਾਨੂੰ ਹੋਰ ਦੱਸਦਾ, ਇਹ ਚੈਨਲ ਜਿਹੜਾ ਮੈਂ ਚਲਾਇਆ ਹੋਇਆ ਹੈਗਾ, ਇਹ ਮੈਂ ਸਿਰਫ ਆਪਣੇ ਉਹਨਾਂ ਬੱਚਿਆਂ ਵਾਸਤੇ ਚਲਾਇਆ ਹੋਇਆ ਜਿਹੜੇ ਬੱਚੇ ਫੀਸ ਨਹੀਂ ਦੇ ਸਕਦੇ। ਠੀਕ ਹੈ, ਮੈਨੂੰ ਇਹ ਹੁੰਦਾ ਕਿ ਕੋਈ ਬੱਚਾ ਦੇ ਦਿਲ 'ਚ ਇਹ ਨਾ ਜਾਵੇ ਯਾਰ ਮੇਰੇ ਕੋਲ ਫੀਸ ਨਹੀਂ ਹੈਗੀ ਸੀ, ਮੈਥੋਂ ਤਿਆਰੀ ਨਹੀਂ ਹੋਈ। ਠੀਕ ਹੈ, ਆਪਾਂ ਨੇ ਕੋਲੇ ਆਪਣੇ ਦੇਸ਼ ਨੂੰ ਆਜ਼ਾਦੀ ਮਿਲੀ ਹੋਈ ਹੈ, ਪਰ ਆਜ਼ਾਦੀ ਦੇ ਤਹਿਤ ਵੀ ਆਪਣੇ ਵਿੱਚ ਬੱਚਿਆਂ ਦੇ ਹਾਲਾਤ ਇੰਨੇ ਮਾੜੇ ਪਏ ਵਿਚਾਰੇ ਜਿਹੜੇ ਫੀਸ ਨਹੀਂ ਦੇ ਸਕਦੇ। ਠੀਕ ਹੈ, ਕੋਈ ਵੀ ਬੱਚਾ ਜਿਹੜਾ ਲੋੜਵੰਦ ਉਹ ਪੜ੍ਹ ਸਕਦਾ ਗਾ। ਇਹ ਗੱਲ ਤੁਹਾਡੇ ਮੈਂ ਤੁਹਾਨੂੰ ਜਿਹੜੇ ਪਹਿਲੇ ਨੇ ਸ਼ੁਰੂ ਕੀਤਾ ਸੀ ਉੱਧਰ ਤੋਂ ਗੱਲ ਕਹਿਣਾ ਹੁੰਦਾ ਬੱਚਿਓ ਕਿ ਸਟੱਡੀ ਕਰ ਲਓ। ਤੁਹਾਡੇ ਵਾਸਤੇ ਮੈਂ ਹਾਜ਼ਰ ਹਾਂ ਹਮੇਸ਼ਾ, ਕਦੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੰਦੇ। ਠੀਕ ਹੈ, ਤੁਹਾਡੇ ਵਾਸਤੇ ਵੀ ਇੱਕ ਨੰਬਰ ਲੈ ਰਹੇ ਹਾਂ, ਕੱਲ੍ਹ ਨੂੰ ਸ਼ਾਇਦ ਐਕਟੀਵੇਟ ਹੋ ਜੇ। ਜਿਹੜੇ ਬੱਚੇ ਨੂੰ ਵੀ ਕੋਈ ਪ੍ਰੋਬਲਮ ਹੈ ਜਦੋਂ ਮਰਜ਼ੀ ਪੁੱਛ ਸਕਦਾ, ਤੁਹਾਡੀ ਸੇਵਾ 'ਚ ਹਰ ਟਾਈਮ ਹਾਜ਼ਰ ਹੈ। ਥੋੜ੍ਹੀਆਂ ਦੁਆਵਾਂ ਮਿਲ ਜਾਣ ਬਸ ਇਹੀ ਬਹੁਤ ਹੈਗਾ, ਅਤੇ ਹੋਰ ਕੋਈ ਚੱਕਰ ਨਹੀਂ ਹੈਗਾ। ਮੈਦਾਨਾਂ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ ਪੁੱਤਰੋ? ਮੈਦਾਨਾਂ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ? ਮੈਦਾਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਭਾਈ ਖੇਤੀ ਲਈ, ਆਵਾਜਾਈ ਲਈ, ਸੰਘਣੀ ਆਬਾਦੀ ਲਈ ਕਿ ਸਾਰਿਆਂ ਲਈ? ਠੀਕ ਹੈ, ਤਾਂ ਦੱਸੋ ਭਾਈ ਖੇਤੀ ਇਹਦੀ ਆਬਾਦੀ ਕਾਹਦੇ ਵਾਸਤੇ ਕੀਤੀ ਜਾਂਦੀ ਹੈ? ਵੀ ਮੈਦਾਨਾਂ ਦੀ ਵਰਤੋਂ ਖੇਤੀ ਲਈ ਵੀ ਕੀਤੀ ਜਾਂਦੀ ਹੈ, ਆਵਾਜਾਈ ਲਈ ਵੀ ਕੀਤੀ ਜਾਂਦੀ ਹੈ, ਸੰਘਣੀ ਆਬਾਦੀ ਵਾਲੇ ਖੇਤਰਾਂ 'ਚ ਵੀ ਕੀਤੀ ਜਾਂਦੀ ਹੈ। ਤਾਂ ਡੀ ਨੰਬਰ ਆਪਸ਼ਨ ਇਹਦਾ ਆਨਸਰ ਆ ਜਾਊਗਾ। ਠੀਕ ਹੈ, ਉਹ ਕਿਹੜੇ ਤੱਤ ਹਨ ਜੋ ਮਿੱਟੀ ਦੀ ਰਚਨਾ ਵਿੱਚ ਆਪਣੀ ਅਹਿਮ ਭੂਮਿਕਾ ਜਾਂ ਹਿੱਸਾ ਪਾਉਂਦੇ ਹਨ? ਜਿਹੜੇ ਆਪਣੇ ਮਤਲਬ ਮਿੱਟੀ ਹੈ, ਮਿੱਟੀ ਕਾਸ ਤੋਂ ਬਣਦੀ ਹੈ। ਇਹ ਗੱਲ ਹੋਰ ਰੱਖੋ, ਯਾਦ ਰੱਖੋ, ਜਿਹੜੀ ਆਪਣੀ ਸੋਇਲ ਹੁੰਦੀ ਹੈ ਇਹ 3 ਚੀਜ਼ਾਂ ਤੋਂ ਬਣਦੀ ਹੈ। ਉਹ ਚੀਜ਼ਾਂ ਲਿਖ ਕੇ ਰੱਖ ਲਓ, ਸਾਈਂਡ, ਸੈਲਟ, ਕਲੇ। ਆਹ ਆਪਰੇਸ਼ਨ ਤੁਹਾਨੂੰ ਪੇਪਰ ਦੇ ਵਿੱਚ 101% ਵੇਖਣ ਨੂੰ ਮਿਲੂਗਾ। ਤੁਹਾਨੂੰ ਪੁੱਛਣਗੇ ਕਿ ਸੋਇਲ ਕਿਤੋਂ ਮਿਲ ਕੇ ਬਣੀ ਹੁੰਦੀ ਹੈ? ਸੈਂਡ, ਸੈਲਟ, ਕਲੇ। ਠੀਕ ਹੈ, ਪੱਕਾ ਯਾਦ ਕਰ ਲਓ ਇਹ ਆਪਰੇਸ਼ਨ। ਠੀਕ ਹੈ,
ਦੇਖੋ ਇਹ ਤਾਂ ਹੁੰਦੇ ਇਹਦੇ ਭਾਗ ਮਿੱਟੀ ਦੇ, ਅਤੇ ਮਿੱਟੀ ਇਹ ਜਿਹੜੀ ਬਣੀ ਹੈ ਬਣੀ ਕਾਹ ਤੋਂ, ਇਹ ਰਿਐਕਸ਼ਨ ਤੋਂ ਬਣੀ ਹੈ। ਠੀਕ ਹੈ, ਇਹ ਰਿਐਕਸ਼ਨ ਤੋਂ ਬਣੀ ਹੈ। ਰਿਐਕਸ਼ਨ ਕੋਈ ਉਹ ਨਹੀਂ ਹੈਗੀ ਸੀ ਜਿਹੜੀ ਬਹੁਤ ਜਲਦੀ ਹੋਈ ਹੈ, ਹੌਲੀ ਹੌਲੀ ਰਿਐਕਸ਼ਨ ਹੁੰਦੀ ਸੀ ਜਿਹੜੀ ਧੀਮੀ ਰਿਐਕਸ਼ਨ ਤੋਂ ਬਣੀ ਹੈ ਇਹ। ਦੇਖੋ ਸਾਲਾਂ ਕਰੋੜਾਂ ਸਾਲ ਲੱਗ ਗਏ ਮਿੱਟੀ ਬਣਨ ਨੂੰ। ਇਹ ਚਟਾਨਾਂ ਜਿਹੜੀਆਂ ਪ੍ਰਮੁੱਖ ਚਟਾਨਾਂ ਹੁੰਦੀਆਂ ਉਹਨਾਂ ਦੀ ਜਿਹੜੀ ਤੋੜ ਫੋੜ ਹੁੰਦੀ ਆ ਮੌਸਮ ਕਰਕੇ, ਉਹਨਾਂ ਦੇ ਵਿੱਚ ਮਤਲਬ ਝੜ ਜਾਂਦੀਆਂ ਗੀਆਂ। ਠੀਕ ਆ, ਤਾਂ ਉਹਦੇ ਕਰਕੇ ਬਣੀ ਹੈ। ਜਲਵਾਯੂ ਵਾਤਾਵਰਨ ਤਾਂ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਮਤਲਬ ਵਾਤਾਵਰਨ 'ਤੇ ਸਭ ਤੋਂ ਵੱਧ ਇਫੈਕਟ ਪਾਉਂਦੀ ਹੈ। ਪੌਦੇ ਵੀ ਬਹੁਤ ਵੱਡੇ ਪੌਦੇ ਸੀ ਜਿਹੜੇ ਮਤਲਬ ਦਰਖਤ ਸੀ, ਵੱਡੇ ਵੱਡੇ ਪੌਦੇ ਸੀ, ਉਹ ਮਤਲਬ ਕੀ ਹੋ ਗਏ, ਮਤਲਬ ਭੁਚਾਲ ਆਏ ਧਰਤੀ 'ਤੇ, ਸੁਨਾਮੀਆਂ ਆਈਆਂ, ਉਹਦੇ ਨਾਲ ਗਲ ਸੜ ਕੇ ਉਹਨਾਂ ਦੀ ਵੀ ਮਿੱਟੀ ਬਣ ਗਈ। ਠੀਕ ਹੈ, ਜੀਵ ਜੰਤੂ ਮਰ ਗਏ ਜਿਹੜੇ ਪੁਰਾਣੇ ਟਾਈਮਾਂ ਦੇ ਵਿੱਚ, ਕੋਈ ਮੀਂਹ ਆ ਗਿਆ, ਕੋਈ ਹਨੇਰੀ ਆ ਗਿਆ, ਹਾਥੀ ਕੁੱਕੜ ਆਪਣੇ ਆਹ ਸ਼ੇਰ ਸ਼ੂਰ ਜਿੰਨੇ ਵੀ ਜੀਵ ਜੰਤੂ ਸੀ ਸਾਰੇ ਮਰ ਕੇ ਉਹਨਾਂ ਦੀ ਖਾਦ ਬਣ ਗਈ। ਠੀਕ ਹੈ, ਇਹ ਚੀਜ਼ਾਂ ਤੋਂ ਸਾਰਿਆਂ ਤੋਂ ਕੀ ਬਣੀ ਹੈ, ਮਿੱਟੀ ਬਣੀ ਹੈ ਭਾਈ। ਠੀਕ ਹੈ, ਤਾਂ ਇਹਦਾ ਆਨਸਰ ਆ ਜਾਊਗਾ ਸਾਰੇ। ਭਾਰਤ ਵਿੱਚ ਕਿੰਨੇ ਕਿਸਮ ਦੀਆਂ ਮਿੱਟੀਆਂ ਪਾਈਆਂ ਜਾਂਦੀਆਂ ਹਨ? ਦੇਖੋ ਬੱਚੋ, ਭਾਰਤ ਦੇ ਵਿੱਚ ਵੈਸੇ ਤਾਂ ਇਹ ਆਪਰੇਸ਼ਨ ਕੰਟਰੋਵਰਸੀ ਵਾਲਾ ਗਾ, ਕਿਉਂਕਿ ਪਟਵਾਰੀਆਂ ਦੇ ਵਿੱਚ ਵੀ ਆਪਰੇਸ਼ਨ ਦਾ ਬਹੁਤ ਰੌਲਾ ਪਿਆ ਸੀ। ਜੇ ਤਾਂ ਪੁੱਛਦੇ ਹੋ ਭਾਰਤ ਦੀਆਂ, ਠੀਕ ਹੈ, ਭਾਰਤ ਦੀਆਂ ਕਿੰਨੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ ਭਾਰਤ ਦੇ ਵਿੱਚ? ਭਾਰਤ ਦੇ ਵਿੱਚ ਪਾਈ ਜਾਂਦੀ ਹੈ ਭਾਈ ਕਹਿੰਦੇ 1, 6, 8 ਕਿ 9, ਤਾਂ ਭਾਰਤ ਦੇ ਵਿੱਚ 8 ਕਿਸਮ ਦੀ ਮਿੱਟੀ ਪਾਈ ਜਾਂਦੀ ਹੈ। ਜੇਕਰ ਪੰਜਾਬ 'ਚ ਪੁੱਛਦੇ ਵੀ ਪੰਜਾਬ ਦੇ ਵਿੱਚ ਮੈਨੂੰ ਨਹੀਂ ਪਤਾ ਕਿ ਕਿੰਨੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ। ਕਿਉਂ ਨਹੀਂ ਪਤਾ ਮੈਨੂੰ? ਕਿਉਂਕਿ ਕਿਸੇ ਪੇਪਰ 'ਚ ਇਹ 3 ਸਹੀ ਕਰ ਰਹੇ ਆ, PS ਦੇ ਪੇਪਰ ਦੇ ਵਿੱਚ 3 ਸਹੀ ਕਰ ਰਹੇ ਕਿ 3 ਮਿੱਟੀਆਂ ਹੁੰਦੀਆਂ। ਕਈਆਂ ਪੇਪਰਾਂ 'ਚ ਇਹ 4 ਸਹੀ ਕਰ ਰਹੇ ਆ, ਕਈ ਪੇਪਰਾਂ ਦੇ ਵਿੱਚ ਇਹ 6 ਸਹੀ ਕਰ ਰਹੇ ਆ, ਕਈਆਂ 'ਚ 5 ਸਹੀ ਕਰ ਰਹੇ ਆ। ਠੀਕ ਹੈ ਭਾਈ, ਤਾਂ ਇਹ ਕੰਮ ਕਰ ਰਹੇ ਆ। ਤਾਂ ਇਹਦੇ ਕਰਕੇ ਜੇ ਆਪਾਂ PAU ਦੇ ਵਿੱਚ ਜਾਈਏ ਉਹ 42 ਮਿੱਟੀਆਂ ਕੱਢੀ ਬੈਠੇ ਆ। ਠੀਕ ਹੈ, ਤਾਂ ਪੰਜਾਬ ਦੀ ਮਿੱਟੀਆਂ ਬਾਰੇ ਮੈਂ ਕੁਛ ਨਹੀਂ ਕਹਿੰਦਾ। ਜੇ ਭਾਰਤ ਦੀਆਂ ਮਿੱਟੀਆਂ ਪੁੱਛਣੇ ਤਾਂ 8 ਆਨਸਰ ਲਾਇਓ। ਕਾਲੀ ਮਿੱਟੀ ਦੀ ਸਭ ਤੋਂ ਜ਼ਿਆਦਾ ਕਿਸ ਫਸਲ ਲਈ ਲਾਹੇਵੰਦ ਹੁੰਦੀ ਹੈ? ਤਾਂ ਤੁਹਾਨੂੰ ਪਤਾ ਹੀ ਹੈ ਕਾਲੀ ਮਿੱਟੀ ਸਭ ਤੋਂ ਜ਼ਿਆਦਾ ਕਿਹੜੀ ਫਸਲ ਵਾਸਤੇ, ਕਿਉਂਕਿ ਜੇ ਨਮੀ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਤਾਂ ਇਹ ਕਪਾਹ, ਝੋਨਾ, ਕੋਲੇ ਕਿ ਮੂੰਗੀ, ਕੇਲੇ ਕਿ ਮੂੰਗੀ, ਕਿਹੜੀ ਫਸਲ ਦੀ ਸਭ ਤੋਂ ਵਧੀਆ? ਤਾਂ ਆਪਾਂ ਸ਼ੁਰੂ ਤੋਂ ਪੜ੍ਹਦੇ ਹਾਂ, ਜੋ ਬੱਚੇ ਹੁੰਦੇ ਸੀ ਉਦੋਂ ਪੜ੍ਹਦੇ ਆ ਰਹੇ ਆ, ਕਪਾਹ ਦੀ ਫਸਲ ਵਾਸਤੇ ਸਭ ਤੋਂ ਚੰਗੀ ਹੁੰਦੀ ਹੈ ਇਹ। ਨਾਲ ਤੁਸੀਂ ਸਾਡੀ ਕਾਪੀ ਚੱਕ ਲਿਆ ਕਰੋ, ਟਿੱਕਾਂ ਵੀ ਲਾ ਲਿਆ ਕਰੋ ਜਿਹੜੇ ਹੁੰਦੇ ਆ, ਜੇ ਨਹੀਂ ਹੁੰਦੇ ਉਹ ਦੇਖ ਲਿਆ ਕਰੋ। ਭਾਰਤ ਦੇ ਵਿੱਚ ਜੰਗਲਾਂ ਦੀਆਂ ਕਿੰਨੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ? ਵੈਰੀ ਇੰਪੋਰਟੈਂਟ ਪ੍ਰਸ਼ਨ। ਜੰਗਲਾਂ ਦੀਆਂ ਕਿੰਨੀਆਂ ਕਿਸਮਾਂ ਪਾਈਆਂ ਜਾਂਦੀਆਂ? ਪੇਪਰ 'ਤੇ ਪੱਕਾ ਪ੍ਰਸ਼ਨ ਆ ਸਕਦਾ। ਜੰਗਲਾਂ ਦੀਆਂ ਕਿਸਮਾਂ ਵੀ ਪੁੱਛ ਸਕਦੇ ਆ, ਕਿਸਮਾਂ ਦੇ ਨਾਂ ਵੀ ਪੁੱਛ ਸਕਦੇ ਆ, ਇਹ ਗੱਲ ਪੁੱਛੀ ਜਾਂਦੀ ਹੁੰਦੀ ਹੈ। ਇੱਕ ਪ੍ਰਸ਼ਨ ਬਹੁਤ ਆਉਂਦਾ ਦਾ ਪੇਪਰ ਦੇ ਵਿੱਚ, ਮੈਂਗਰੂਵ। ਇਹ ਪ੍ਰਸ਼ਨ ਪੱਕੀ ਮਿਲੂ ਸੁਣਿਆ ਐਤਕੀ ਵੀ। ਕਹਿੰਦੇ ਜਿਹੜੇ ਮੈਂਗਰੂਵ ਜੰਗਲ ਹੁੰਦੇ ਆ ਕਿੱਥੇ ਹੁੰਦੇ ਆ, ਜਾਂ ਮੈਂਗਰੂਵ ਪੌਦੇ ਹੁੰਦੇ ਕਿੱਥੇ ਹੁੰਦੇ? ਵੈਸਟ ਬੰਗਾਲ ਦੇ ਵਿੱਚ ਪਾਏ ਜਾਂਦੇ ਆ। ਇਹ ਗੱਲ ਯਾਦ ਰੱਖਣੀ। ਮੈਂਗਰੂਵ ਜੰਗਲ ਆ ਜਿਹੜੇ, ਜਾਂ ਮੈਂਗਰੂਵ ਪੌਦੇ ਆ, ਇਹ ਕਿਹੜੇ ਜੰਗਲਾਂ 'ਚ ਪਾਏ ਜਾਂਦੇ ਆ? ਵੈਸਟ ਬੰਗਾਲ ਦੇ ਜੰਗਲਾਂ 'ਚ ਪਾਏ। ਵੈਸਟ ਬੰਗਾਲ ਦੇ ਕਿਹੜੇ ਜੰਗਲਾਂ ਦੇ ਵਿੱਚ? ਸੁੰਦਰਬਨ ਜੰਗਲਾਂ ਦੇ ਵਿੱਚ। ਇਹ ਗੱਲ ਪੱਕੀ ਯਾਦ ਰੱਖ ਲਓ। ਅਤੇ ਮੈਂਗਰੂਵ ਦਰਖਤ ਹੁੰਦੇ ਕਿਹੜੇ ਆ? ਇਹਨਾਂ ਦੀਆਂ ਜੜ੍ਹਾਂ ਨਾ ਧਰਤੀ ਤੋਂ ਬਾਹਰ ਹੁੰਦੀਆਂ, ਇਹ ਗੱਲ ਵੀ ਯਾਦ ਰੱਖ ਲਓ। ਕਈ ਵਾਰੀ ਪ੍ਰਸ਼ਨ ਪੁੱਛ ਲੈਂਦੇ ਜਿਹੜੇ ਮੈਂਗਰੂਵ ਦਰਖਤ ਹੁੰਦੇ ਨੇ ਉਹ ਕੀ ਪਤਾ ਲੱਗਦਾ ਕਿ ਇਹ ਮੈਂਗਰੂਵ ਦਰਖਤ ਹੈ? ਤਾਂ ਉਹਨਾਂ ਦੀਆਂ ਜੜ੍ਹਾਂ ਧਰਤੀ ਤੋਂ ਬਾਹਰ ਹੁੰਦੀਆਂ। ਦੇਖੋ ਜਿਵੇਂ ਆਹ ਪੌਦਾ ਗਾ, ਮੇਰੀ ਪੇਂਟਿੰਗ ਥੋੜ੍ਹੀ ਜਿਹੀ ਇੰਨੀ ਵਧੀਆ ਨਹੀਂ ਹੈਗੀ, ਐਡਜਸਟਮੈਂਟ ਕਰ ਲਿਓ। ਇਹਦੀਆਂ ਜੜ੍ਹਾਂ ਧਰਤੀ ਦੇ ਉੱਪਰ ਹੀ ਹੋਣਗੀਆਂ, ਦਿਸਣਗੀਆਂ ਤੁਹਾਨੂੰ ਧਰਤੀ ਦੇ ਉੱਪਰ ਹੀ, ਉਹਨਾਂ ਨੂੰ ਮੈਂਗਰੂਵ ਕਹਿ ਦਿੰਦੇ। ਮੈਂਗਰੂਵ ਕਿੱਥੇ ਪਾਏ ਜਾਂਦੇ? ਵੈਸਟ ਬੰਗਾਲ ਦੇ ਵਿੱਚ। ਵੈਸਟ ਬੰਗਾਲ ਦੇ ਵਿੱਚ ਕਿੱਥੇ? ਸੁੰਦਰਬਨ ਦੇ ਜੰਗਲਾਂ ਦੇ ਵਿੱਚ। ਭਾਰਤ ਦੇ ਵਿੱਚ ਜੰਗਲਾਂ ਦੀਆਂ ਕਿੰਨੀਆਂ ਕਿਸਮਾਂ ਹਨ? 1, 4, 5, 3। ਤਾਂ ਇਹ ਹੈਗੀਆਂ ਭਾਈ 5 ਕਿਸਮਾਂ ਆਪਣੇ ਭਾਰਤ ਦੇ ਵਿੱਚ ਜੰਗਲਾਂ ਦੀਆਂ। ਠੀਕ ਹੈ, ਭਾਰਤ ਦੇ ਵਿੱਚ ਜੰਗਲਾਂ ਦੀਆਂ ਕਿਸਮਾਂ ਦੇ ਨਾਮ ਦੱਸੋ। ਆਹ 5 ਕਿਸਮਾਂ ਭਾਈ ਜੰਗਲਾਂ ਦੀਆਂ। ਸਦਾਬਹਾਰ ਜੰਗਲ ਹੁੰਦੇ ਜਿਹੜੇ ਸਾਰਾ ਸਾਲ ਹੀ ਖਿੜੇ ਰਹਿੰਦੇ ਆ, ਮਤਲਬ ਸਮਝਦੇ ਹੋਗੇ ਉਹਦੇ ਪੱਤਝੜ ਦੀ ਰੁੱਤ ਨਹੀਂ ਹੁੰਦੀ। ਪੱਤਝੜੀ ਜੰਗਲ ਉਹ ਹੁੰਦੇ ਜਿਵੇਂ ਕਿ ਆਪਣੇ ਘਰਾਂ ਦੇ ਵਿੱਚ ਡੇਕ ਨਿੰਮ ਲੱਗੇ ਹੋਏ ਹੁੰਦੇ ਆ, ਜਦੋਂ ਰੁੱਤ ਬਦਲਦੀ ਇਹਨਾਂ ਦੇ ਪੱਤੇ ਚੜ੍ਹ ਜਾਂਦੇ ਆ। ਮਾਰੂਥਲੀ ਉਹ ਹੁੰਦੇ ਜਿਵੇਂ ਕੈਕਟਸ ਹੋ ਗਿਆ, ਇਹ ਸਾਰੇ ਆਪਣੇ ਰਾਜਸਥਾਨ ਵਾਲੀਆਂ ਸਾਈਡਾਂ ਜਿਹੜੀਆਂ ਹੁੰਦੀਆਂ, ਮਾਰੂਥਲ ਹੋ ਗਏ, ਉਹਨਾਂ ਦੇ ਵਿੱਚ ਨਹੀਂ ਆਪਾਂ ਦੇਖਦੇ ਹੁੰਦੇ ਅੱਕ ਜੇ ਉੱਗੇ ਪਏ ਹੁੰਦੇ, ਜਾਂ ਉਹ ਚੀਜ਼ਾਂ ਉੱਗੀਆਂ ਪਈਆਂ ਹੁੰਦੀਆਂ ਜਿਹੜੀਆਂ ਮਤਲਬ ਮਾਰੂਥਲਾਂ ਦੇ ਵਿੱਚ ਹੀ ਉੱਗਦੀਆਂ। ਪਰਬਤੀ ਜੰਗਲ ਉਹ ਹੁੰਦੇ ਜਿਹੜੇ ਪਰਬਤਾਂ 'ਤੇ ਉੱਗਦੇ ਆ, ਜਿਹੜੀਆਂ ਬੂਟੀਆਂ ਵਾਲੇ ਹੋ ਗਏ। ਡੈਲਟਾਈ ਜਿਹੜੇ ਗੰਗਾ ਅਤੇ ਬ੍ਰਹਮਪੁੱਤਰ ਨਦੀ ਹੈ, ਡੈਲਟਾ ਬਣਾਉਂਦੀ ਹੈ। ਗੰਗਾ ਅਤੇ ਬ੍ਰਹਮਪੁੱਤਰ ਨਦੀਆਂ, 2 ਨਦੀਆਂ ਜਿਹੜੀਆਂ ਡੈਲਟਾ ਬਣਾਉਂਦੀਆਂ, ਉੱਥੇ ਜਿਹੜੇ ਜੰਗਲ ਪਾਏ ਜਾਂਦੇ ਉਹਨੂੰ ਡੈਲਟਾਈ ਜੰਗਲ ਕਹਿੰਦੇ ਹਨ। ਤਾਂ ਇਹ ਸਾਰੀਆਂ ਕਿਹੜੀਆਂ ਜੰਗਲਾਂ ਦੀਆਂ ਕਿਸਮਾਂ? ਕਿੰਨੀਆਂ ਜੰਗਲਾਂ ਕਿਸਮਾਂ ਦੀਆਂ? 5 ਕਿਸਮਾਂ ਹੈਗੀਆਂ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਕਈ ਵਾਰੀ 5 ਕਿਸਮਾਂ ਦੇ ਕੇ 4 ਕਿਸਮਾਂ, 3 ਕਿਸਮਾਂ ਦੇ ਕੇ ਇੱਕ ਅਲੱਗ ਕਿਸਮ ਦੇ ਦੱਸਣਗੇ ਇਹਨਾਂ 'ਚੋਂ ਕਿਹੜੀ ਜੰਗਲਾਂ ਦੀ ਕਿਸਮ ਨਹੀਂ ਹੈਗੀ। ਠੀਕ ਹੈ, ਭਾਰਤ ਦੇ ਵਿੱਚ ਕਿੰਨਾ ਭਾਗ ਜੰਗਲਾਂ ਦੇ ਅਧੀਨ ਆਉਂਦਾ ਹੈ? ਦੱਸੋ ਭਾਈ, ਭਾਰਤ ਦੇ ਵਿੱਚ ਕਿੰਨਾ ਏਰੀਆ ਜਿਹੜਾ ਜੰਗਲਾਂ ਦੇ ਅਧੀਨ ਆਉਂਦਾ ਆਪਣਾ? 23%, 25%, 56% ਕਿ 26%? ਦੇਖੋ ਬੱਚੋ, ਮਤਲਬ ਜਿਵੇਂ ਆਪਣਾ ਸਾਰਾ ਭਾਰਤ ਆ ਗਿਆ, ਇਹਦੇ ਵਿੱਚ ਆਪਣਾ ਬਹੁਤ ਘੱਟ ਏਰੀਆ ਹੀ ਹੈ ਜਿਹੜਾ ਜੰਗਲਾਂ 'ਚ ਆਉਂਦਾ। ਕਿੰਨੇ % ਏਰੀਆ ਆਪਣਾ? 23%। ਵੈਸੇ ਤਾਂ
ਸਾਇੰਸ ਦੇ ਤੌਰ 'ਤੇ ਘੱਟੋ ਘੱਟ 33% ਕਹਿੰਦੇ ਕਿ 33% ਹੋਣਾ ਚਾਹੀਦਾ, ਪਰ ਆਪਣੇ ਤੁਹਾਨੂੰ ਪਤਾ ਹੀ ਹੈਗਾ ਦਾ 22% ਹੀ ਹੈ। ਇਹ ਪਰਸੈਂਟ ਸਾਰੇ ਯਾਦ ਰੱਖ ਲਓ, ਪਰਸੈਂਟ 'ਚ ਆਪਰੇਸ਼ਨ ਪੱਕਾ ਬਣਦਾ ਹੁੰਦਾ। ਦੇਸ਼ ਦੇ ਵਿੱਚ ਕਿੰਨੇ ਪਰਸੈਂਟ ਭੂਮੀ ਖੇਤੀਯੋਗ ਹੈ? ਕਹਿੰਦਾ ਮਤਲਬ ਦੇਸ਼ ਦੇ ਵਿੱਚ ਜਿਹੜੀ ਆਪਣੀ ਕਿੰਨੀ ਭੂਮੀ ਹੈ ਜਿੱਥੇ ਖੇਤੀ ਕੀਤੀ ਜਾਂਦੀ ਹੈ? 46, 14, 65 ਕਿ 23। ਜਿਹੜੇ ਬੱਚੇ ਨੇ ਏ ਨੰਬਰ ਆਪਸ਼ਨ ਲਾਇਆ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ। ਆਪਣੇ ਜਿਹੜੇ ਭਾਰਤ ਦੇ ਵਿੱਚ ਖੇਤੀਯੋਗ ਭੂਮੀ ਆ ਉਹ 46% ਹੈ। ਭਾਰਤ ਦੇ ਵਿੱਚ ਕਿੰਨੀ ਭੂਮੀ ਅਯੋਗ ਭੂਮੀ ਹੈ? ਅਯੋਗ, ਜਿੱਥੇ ਖੇਤੀ ਨਹੀਂ ਕੀਤੀ ਜਾਂਦੀ, ਖੇਤੀ ਵਾਸਤੇ ਅਯੋਗ ਹੈ। ਠੀਕ ਹੈ, 14%, 15%, 20% ਕਿ 23%। ਤਾਂ ਇਹਦਾ ਆਨਸਰ ਹੈਗਾ ਭਾਈ ਆਪਣਾ 14% ਭੂਮੀ ਹੈ ਜਿਹੜੀ ਉਹ ਅਯੋਗ ਹੈ। ਦੇਸ਼ ਦੇ ਵਿੱਚ ਕਿੰਨੇ ਪਰਸੈਂਟ ਭੂਮੀ ਖਾਲੀ ਛੱਡੀ ਗਈ ਹੈ ਉਹ ਫਿਰ ਤੋਂ ਉਪਜਾਊ ਸ਼ਕਤੀ ਪ੍ਰਾਪਤ ਕਰ ਸਕੇ? ਦੇਖੋ ਇਹ ਵਿਧੀ ਵਰਤੀ ਜਾਂਦੀ ਹੈ ਸ਼ਿਫਟਿੰਗ ਕਲਟੀਵੇਸ਼ਨ ਦੇ ਵਿੱਚ। ਸ਼ਿਫਟਿੰਗ ਕਲਟੀਵੇਸ਼ਨ ਦੇ ਕੀ ਵਿੱਚ ਹੁੰਦਾ ਕਿ ਮਤਲਬ ਇੱਕ ਫਸਲ ਆਪਾਂ ਦੇਖੋ ਆਪਣਾ ਬਾਣ ਹੈ, ਇਹ 'ਚ ਆਪਾਂ ਕੋਈ ਚੀਜ਼ ਲਾਤੀ, ਸਬਜ਼ੀ ਲਾਤੀ ਕੋਈ, ਪਹਿਲੇ ਸਾਲ ਵੀ ਇਹਨੇ ਵਧੀਆ ਆਪਾਂ ਨੂੰ ਪੈਦਾਵਾਰ ਦਿੱਤੀ, ਦੂਜੇ ਸਾਲ ਵੀ ਵਧੀਆ ਪੈਦਾਵਾਰ ਦਿੱਤੀ, ਤੀਜੇ ਸਾਲ ਤੋਂ ਬਾਅਦ ਪੈਦਾਵਾਰ ਇਹਦੀ ਘਟਣ ਲੱਗ ਗਈ। ਕਹਿੰਦਾ ਮਤਲਬ ਕਿ ਇਹਦਾ ਉਪਜਾਊਪਣ ਘਟਣ ਲੱਗ ਗਿਆ। ਬਾਅਦ ਵਿੱਚ ਕੀ ਕਰਾਂਗੇ, ਇਹ ਸ਼ਿਫਟਿੰਗ ਕਲਟੀਵੇਸ਼ਨ ਵਾਲੇ ਲੋਕ ਹੁੰਦਾ ਇਹ ਜਗ੍ਹਾ ਖਾਲੀ ਛੱਡ ਕੇ ਇਸ ਤੋਂ ਬਾਅਦ ਕਿਸੇ ਹੋਰ ਜਗ੍ਹਾ 'ਤੇ ਵਗ ਜਾਂਦੇ ਆ, ਉੱਥੇ ਜਾ ਕੇ ਆਪਦਾ ਇਹ ਕੀ ਬਣਾ ਲੈਂਦੇ ਇੱਕ ਅਲੱਗ, ਫਿਰ ਉੱਥੇ ਜੰਗਲਾਂ ਨੂੰ ਸਲੈਸ਼ ਐਂਡ ਬਰਨ ਦੀ ਵਿਧੀ ਨਾਲ, ਸਲੈਸ਼ ਐਂਡ ਬਰਨ ਇਹ ਕੀ ਹੁੰਦਾ, ਸਲੈਸ਼ ਐਂਡ ਬਰਨ ਹੁੰਦਾ ਕਿ ਜੰਗਲਾਂ ਦੇ ਵਿੱਚ ਜਾ ਕੇ ਜੰਗਲਾਂ ਦੇ ਵਿੱਚ ਜਿਹੜੇ ਝਾੜੀਆਂ ਕੁੜੀਆਂ ਉਹਨਾਂ ਨੂੰ ਅੱਗ ਲਾ ਕੇ ਉੱਥੇ ਫਿਰ ਖੇਤੀ ਕਰਨ ਲੱਗ ਜਾਂਦਾ, ਉਹਦਾ ਖੇਤੀਯੋਗ ਜਗ੍ਹਾ ਬਣਾ ਲੈਂਦੇ ਆ ਉਹ। ਠੀਕ ਹੈ, ਤਾਂ ਜਿਹੜੀ ਆਹ ਉਹ ਖਾਲੀ ਜ਼ਮੀਨ ਛੱਡ ਕੇ ਗਈ ਸੀ, ਤਾਂ ਇਹ ਜ਼ਮੀਨ ਆ ਭਾਈ ਜਿਹੜੀ ਖਾਲੀ ਜ਼ਮੀਨ ਛੱਡ ਕੇ ਗਈ ਸੀ, ਇਹ ਮਤਲਬ ਉਹਨੇ ਟਾਈਮ ਦੇ ਵਿੱਚ ਆਪਦੀ ਜਿਹੜੀ ਉਪਜਾਊ ਸ਼ਕਤੀ ਨੇ ਦੁਬਾਰੇ ਫੇਰ ਇਹ ਮੀਂਹ ਤੋਂ ਪੱਤੇ ਆ ਜਿਹੜੇ ਡਿੱਗੀ ਜਾਂਦੇ ਇਹਦੇ ਵਿੱਚ ਜਾਂ ਹੋਰ ਜੀਵ ਜੰਤੂ ਰਹਿਣ ਖੂੰਹਦ ਨਾਲ ਇਹ ਦੁਬਾਰੇ ਫੇਰ ਉਪਜਾਊ ਹੋ ਜਾਂਦੀ ਹੈ, ਫਿਰ 2-4 ਸਾਲਾਂ ਬਾਅਦ ਇਹ ਦੁਬਾਰੇ ਫੇਰ ਇੱਥੇ ਆ ਜਾਂਦੇ ਆ। ਠੀਕ ਹੈ, ਤਾਂ ਇਹ ਉਹ ਕਿੰਨੀ ਭੂਮੀ ਹੈ ਜਿਹੜੀ ਇਹ ਕੰਮ ਵਾਸਤੇ ਇਸ ਤਰ੍ਹਾਂ ਖਾਲੀ ਛੱਡਦੇ ਆ ਆਪਾਂ? 8%, 5%, 3% ਕਿ 1%? ਤਾਂ ਇਹਦਾ ਆਨਸਰ ਹੈਗਾ ਭਾਈ ਏ ਨੰਬਰ ਆਪਸ਼ਨ, 8% ਭੂਮੀ ਆਪਣੀ ਇਹ ਜੀ ਹੈ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਦੇਸ਼ ਦੇ ਵਿੱਚ ਕਿੰਨੇ ਪਰਸੈਂਟ ਭੂਮੀ ਇਸ ਤਰ੍ਹਾਂ ਨਾਲ ਛੱਡੀ ਗਈ ਹੈ ਜਿੱਥੇ ਖੇਤੀ ਨਹੀਂ ਕੀਤੀ ਜਾ ਸਕਦੀ? ਮਤਲਬ ਜਿਹੜੀ ਖੇਤੀ ਦੀ ਯੋਗ ਹੀ ਨਹੀਂ ਹੈਗੀ, ਜਾਂ ਤਾਂ ਸਮਝ ਲਓ ਕਿ ਉੱਥੇ ਹੜ੍ਹ ਆ ਜਾਂਦੇ ਆ, ਜਾਂ ਉਹ ਇਹੋ ਜਿਹੀ ਜਗ੍ਹਾ 'ਤੇ ਆ, ਜਾਂ ਇਹ ਜਲਵਾਯੂ ਆ ਉੱਥੇ ਕਿ ਉੱਥੇ ਆਪਾਂ ਖੇਤੀ ਕਰ ਹੀ ਨਹੀਂ ਸਕਦੇ। ਤਾਂ ਕਿੰਨੇ ਪਰਸੈਂਟ ਭੂਮੀ ਹੈ ਭਾਈ? 5%, 1%, 6% ਕਿ 20%? ਤਾਂ ਦੇਖੋ ਇਹ ਹੋ ਸਕਦੀ ਹੈ ਭਾਈ 5%। ਓਕੇ ਪੁੱਤਰੋ, ਇੱਕ ਮਿੰਟ ਜ਼ਰੂਰ ਕਮੈਂਟਾਂ 'ਚ ਜ਼ਰੂਰ ਦੱਸਿਆ ਕਰੋ ਜਿਹੜੇ ਬੱਚੇ ਨਾ ਸੱਚੇ ਦਿਲੋਂ ਤਿਆਰੀ ਕਰਦੇ। ਦੇਖੋ ਮੈਂ ਤੁਹਾਨੂੰ ਫੀਸ ਤਾਂ ਲੈਣੀ ਨਹੀਂ ਪੁੱਤਰੋ, ਤੁਸੀਂ ਬਸ ਆਪਣਾ ਕਮੈਂਟ ਕਰ ਦਿਆ ਕਰੋ ਇੱਕ ਜ਼ਰੂਰ, ਮੈਨੂੰ ਪਤਾ ਲੱਗ ਜਾਇਆ ਕਿ ਬੱਚੇ ਪੜ੍ਹ ਰਹੇ ਆ। ਚਾਹੇ ਹਾਈ ਲਿਖ ਦਿਆ ਕਰੋ ਇਕੱਲੇ ਯਾਰ, ਹੋਰ ਕੁਝ ਵੀ ਨਾ ਲਿਖਿਆ ਕਰੋ। ਜੇ ਥੋੜ੍ਹੇ ਹੱਥ ਉੱਥੋਂ ਦੁਖਦੇ ਆ, ਪੈਸੇ ਜਦੋਂ ਤੁਸੀਂ ਚੈਟ ਕਰਨੀ ਹੁੰਦੀ ਹੈ ਰਾਤ ਨੂੰ ਹੈ ਨਾ, ਉਦੋਂ ਤੁਹਾਡੇ ਹੱਥਾਂ 'ਚ ਚੱਲਦੇ ਹੁੰਦੇ ਆ ਮਸ਼ੀਨ ਵਾਂਗੂ। ਜਦੋਂ ਤੁਹਾਨੂੰ ਮਾਸਟਰ ਨੂੰ ਭੇਜਣਾ ਹੁੰਦਾ ਕੁਛ ਲਿਖ ਕੇ, ਉਦੋਂ ਵਿਹੜੇ ਮੈਂ ਤੁਸੀਂ ਸਾਰੇ, ਉਦੋਂ ਤੁਹਾਡੀਆਂ ਉਂਗਲਾਂ ਨਹੀਂ ਚੱਲਦੀਆਂ, ਹੱਥ ਨੇ ਤਾਂ ਲੱਗੇ ਪਏ ਹੁੰਦੇ ਹੋ। ਅਗਰ ਮੂਹਰਲਾ ਬੰਦਾ ਕਹਿੰਦਾ ਹੁੰਦਾ ਜੀ ਬਸ ਨੀਂਦ ਆਈ ਜਾਂਦੀ ਹੈ, ਤੁਸੀਂ ਕਹਿੰਦੇ ਹੋਗੇ ਨਹੀਂ ਨਹੀਂ ਨੀਂਦ ਨੂੰ ਕੀ ਆ ਜੀ, ਸਿਰਫ ਕਿ ਪਲੀਜ਼ 2 ਮਿੰਟ ਗੱਲ ਕਰ ਲਓ, ਪਲੀਜ਼ 2 ਮਿੰਟ ਗੱਲ ਕਰ ਲਓ, ਹੈ ਨਾ, ਕਹਿੰਦੇ ਹੁੰਦੇ ਹੋ ਨਾ ਤੁਸੀਂ ਉੱਥੇ। ਮੰਨ ਜਾਓ ਜੇ ਕਹਿੰਦੇ ਨਹੀਂ ਤਾਂ ਤੁਸੀਂ ਕਹਿੰਦੇ ਹੁੰਦੇ ਹੋ। ਇੱਥੇ ਜਦੋਂ ਮੇਰੇ ਵਰਗੇ ਨੂੰ ਕਮੈਂਟ ਕਰਨਾ ਉਦੋਂ ਮੌਤ ਪੈ ਜਾਂਦੀ, ਉਦੋਂ ਕਰਦੇ ਨਹੀਂ, ਕੋਈ ਗੱਲ ਨਹੀਂ ਭਾਈ, ਮਰਜ਼ੀ ਹੈ ਤੁਹਾਡੀ। ਚਲੋ ਭਾਈ ਚੱਲਦੇ ਅੱਗੇ। ਹੁਣ ਆਪਾਂ ਦੁਸਹਿਰਾ ਦੇਖਣ ਜਾਓਗੇ ਹੋਏ ਪੁੱਤਰੋ? ਸਾਡੇ ਵੀ ਲੱਗੂਗਾ ਦੁਸਹਿਰਾ ਭਾਈ, ਲਹਿਰੇ ਮੁਹੱਬਤ। ਠੀਕ ਹੈ, ਬਹੁਤ ਵੱਡਾ ਲਹਿਰਾ ਮੇਲਾ ਉਹ ਦੁਸਹਿਰਾ ਲੱਗਦਾ ਹੁੰਦਾ ਇੱਥੇ ਵੀ। ਦੇਸ਼ ਦੇ ਵਿੱਚ ਕਿੰਨੇ ਪ੍ਰਤੀਸ਼ਤ ਚਰਗਾਹਾਂ ਨਾਲ ਜਿੱਥੇ ਪਸ਼ੂ ਚਰਾਏ ਜਾਂਦੇ, ਕਿੰਨੇ ਪਰਸੈਂਟ ਚਰਗਾਹ ਹੈਗੇ? ਚਰਗਾਹਾਂ ਹੁੰਦੀਆਂ ਬੱਚੋ ਜਿੱਥੇ ਮਤਲਬ ਜਿਹੜੇ ਬੰਦੇ ਕੋਲ ਜ਼ਮੀਨ ਨਹੀਂ ਹੈਗੀ, ਪਸ਼ੂ ਰੱਖੇ ਹੋਏ, ਜਿਵੇਂ ਆਪਾਂ ਕਹਿੰਦੇ ਪਸ਼ੂ ਚਰਾਉਣ ਜਾਂਦੇ ਆ ਚਰਗਾਹਾਂ ਦੇ ਡਰੇਨ 'ਤੇ, ਉੱਥੇ ਪਸ਼ੂ ਚਰਾਉਣ ਜਾਂਦੇ। ਕਹਿੰਦੇ ਕਿੰਨੇ ਪਰਸੈਂਟ ਜਗ੍ਹਾ ਹੋ ਜਿੱਥੇ ਪਸ਼ੂ ਚਰਾਏ ਜਾਂਦੇ ਆ? 4, 1, 9 ਅਤੇ 21। ਤਾਂ ਇਹ ਹੁੰਦੇ ਆ ਬਾਈ 4%। ਇਸ ਤੋਂ ਬਾਅਦ ਅਗਲਾ ਵੈਰੀ ਵੈਰੀ ਇੰਪੋਰਟੈਂਟ ਆ ਭਾਈ ਇਹ, ਜੰਗਲੀ ਜੀਵਾਂ ਦੇ ਲਈ ਭਾਰਤੀ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ ਸੀ? ਜੰਗਲੀ ਜੀਵਾਂ ਵਾਸਤੇ ਭਾਰਤੀ ਬੋਰਡ ਬਣਾਇਆ ਗਿਆ ਸੀ ਇੱਕ। ਠੀਕ ਹੈ, ਇਹਦੀ ਸਥਾਪਨਾ ਕੀਤੀ ਗਈ ਸੀ ਕਿ ਜਿਹੜੀਆਂ ਵੀ ਇਹ ਪਸ਼ੂ ਹੈ, ਪੰਛੀ ਹੈ, ਜਾਨਵਰ ਹੈ, ਜਿਨ੍ਹਾਂ ਵਾਸਤੇ ਜਿਨ੍ਹਾਂ ਦੀ ਮਤਲਬ ਕੀ ਹੋ ਰਹੀਆਂ ਨੇ, ਅਲੋਪ ਹੋ ਰਹੀਆਂ ਪ੍ਰਜਾਤੀਆਂ। ਇੱਕ ਗੱਲ ਹੋਰ ਰੱਖਣੀ, ਜਿਹੜੀਆਂ ਵੀ ਜਾਤੀਆਂ, ਪੌਦੇ, ਠੀਕ ਹੈ, ਕੋਈ ਵੀ ਕਿਸਮ ਹੈਗੀ, ਠੀਕ ਹੈ, ਉਹ ਅਲੋਪ ਹੋ ਰਹੀ ਹੈ, ਉਹਦੀ ਲਿਸਟ ਕੌਣ ਬਣਾਉਂਦਾ ਗਾ? ਉਹਦੀ ਰੈੱਡ ਲਿਸਟ ਬਣਾਈ ਜਾਂਦੀ ਹੁੰਦੀ ਹੈ। ਰੈੱਡ ਲਿਸਟ ਪੁੱਛਿਆ ਜਾਂਦਾ ਕਿ ਰੈੱਡ ਲਿਸਟ ਕੀ ਹੁੰਦੀ ਹੈ? ਰੈੱਡ ਲਿਸਟ ਉਹ ਹੁੰਦੀ ਹੈ ਜਿਹਦੇ ਵਿੱਚ ਜਿਹੜੀ ਪ੍ਰਜਾਤੀ ਦਿਨੋਂ ਦਿਨ ਖਤਮ ਹੋ ਰਹੀ ਹੈ, ਠੀਕ ਹੈ, ਪੰਛੀਆਂ ਦੀ, ਪੌਦਿਆਂ ਦੀ, ਜਾਨਵਰਾਂ ਦੀ, ਸਾਰਿਆਂ ਦਾ ਰਿਕਾਰਡ ਉਹਦੇ ਵਿੱਚ ਕੀਤਾ ਜਾਂਦਾ ਹੈ। ਇਹ ਕੌਣ ਬਣਾਉਂਦਾ ਗਾ? ਇਹ ਬਣਾਉਂਦੀ ਹੈ IUCN। ਠੀਕ ਹੈ, ਇਹ ਇੱਕ ਸੰਸਥਾ ਹੈਗੀ ਜਿਹੜੀ ਰੈੱਡ ਲਿਸਟ ਤਿਆਰ ਕਰਦੀ ਹੈ। ਰੈੱਡ ਲਿਸਟ ਦੇ ਵਿੱਚ ਕੀ ਹੁੰਦਾ, ਜਿਹੜੀਆਂ ਅਲੋਪ ਹੋ ਰਹੀਆਂ ਪ੍ਰਜਾਤੀਆਂ ਹੁੰਦੀਆਂ ਉਹਨਾਂ ਦੇ ਬਾਰੇ ਇਹਦੀ ਡਿਟੇਲ 'ਚ ਦੱਸਿਆ ਗਿਆ ਹੁੰਦਾ। ਠੀਕ ਹੈ, ਅਤੇ ਮਨੁੱਖੀ ਜੀਵਾਂ ਲਈ, ਜੰਗਲੀ ਜੀਵਾਂ ਲਈ, ਮਨੁੱਖੀ ਜੀਵ ਤਾਂ ਹੁੰਦੇ ਨਹੀਂ, ਅਤੇ ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ ਸੀ?
1953, 1952, 1961, 1971। ਤਾਂ ਜਿਹੜੇ ਬੱਚੇ ਨੇ ਭਾਈ ਇਹਦਾ ਆਨਸਰ ਲਾਇਆ 1952, ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈਗਾ। ਠੀਕ ਹੈ ਜੀ। ਹੁਣ ਚੱਲਦੇ ਆਪਾਂ ਅੱਗੇ। ਜੰਗਲੀ ਜੀਵਾਂ ਦੇ ਲਈ ਪ੍ਰੋਜੈਕਟ ਟਾਈਗਰ ਕਿਸ ਸਾਲ ਸ਼ੁਰੂ ਕੀਤਾ ਗਿਆ ਸੀ? ਜੰਗਲੀ ਜੀਵਾਂ ਬਾਰੇ ਪ੍ਰੋਜੈਕਟ ਟਾਈਗਰ ਵੈਰੀ ਵੈਰੀ ਇੰਪੋਰਟੈਂਟ ਹੈ, ਕਿਉਂਕਿ ਟਾਈਗਰਾਂ ਦੀ ਗਿਣਤੀ ਜਦੋਂ ਘਟਣ ਲੱਗ ਗਈ ਸੀ ਤਾਂ ਕਰਕੇ ਇੱਕ ਮਤਲਬ ਚਿੰਤਾ ਦਾ ਵਿਸ਼ਾ ਬਣ ਗਿਆ ਸੀ ਕਿ ਜਾਤੀ ਲੋਪ ਹੋਣ ਦਾ ਖਤਰਾ ਬਹੁਤ ਹੋ ਗਿਆ ਸੀ। ਬਟ ਪਰ ਜਦੋਂ ਇਹਨਾਂ ਨੇ ਪ੍ਰੋਜੈਕਟ ਟਾਈਗਰ ਚਲਾਇਆ, ਇਹਦੇ ਨਾਲ ਇਹਦੀ ਵਾਧਾ ਬਹੁਤ ਵਧੀਆ ਹੋਇਆ। ਠੀਕ ਹੈ। ਇਹ ਕਦੋਂ ਸ਼ੁਰੂ ਕੀਤਾ ਗਿਆ ਸੀ? 72, 73, 75 ਕਿ 70। ਤਾਂ ਜਿਹੜੇ ਬੱਚੇ ਨੇ ਇਹਦਾ ਆਨਸਰ ਬੀ ਨੰਬਰ ਆਪਸ਼ਨ ਲਾਇਆ, ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ। 1973 ਦੇ ਵਿੱਚ ਪ੍ਰੋਜੈਕਟ ਟਾਈਗਰ ਸ਼ੁਰੂ ਕੀਤਾ ਗਿਆ ਸੀ। ਜੰਗਲੀ ਜੀਵਾਂ ਦੇ ਲਈ ਪ੍ਰੋਜੈਕਟ ਐਲੀਫੈਂਟ ਕਦੋਂ ਸ਼ੁਰੂ ਕੀਤਾ ਗਿਆ ਸੀ? ਪ੍ਰੋਜੈਕਟ ਐਲੀਫੈਂਟ ਦਾ ਮਤਲਬ ਤੁਹਾਨੂੰ ਪਤਾ ਹੀ ਹੋਊਗਾ, ਹਾਥੀ। ਠੀਕ ਹੈ। ਅੱਗੇ ਬਾਈ ਕਹਿੰਦੇ ਹਾਥੀ ਦੀ ਪੂਛ ਨਾ ਕਹਿੰਦੇ ਪਤਾ ਨਹੀਂ ਸਰੋਂ ਦੇ ਜਿਹੜੇ ਬੋਕੇ ਰੱਖਦੇ, ਉਹ 500 ਰੁਪਈਆ ਬਣ ਜਾਂਦਾ ਕਹਿੰਦੇ 10-15 ਦਿਨਾਂ ਬਾਅਦ। ਪਹਿਲਾਂ ਕਹਾਵਤ ਬਣਾਈ ਵੀ ਹੁੰਦੀ ਸੀ। ਅਸੀਂ ਬਈ ਹਾਥੀ ਦੇ ਮਗਰ ਤੁਰੇ ਫਿਰਦੇ ਪੂਛ ਜੀ ਤੇ ਉਹਦੇ ਵਿਚਾਰੇ ਵਾਲ ਪੱਟ ਲਏ, ਉਹਦੇ ਤੋਂ 20 ਦਿਨ ਉਹ ਪਾਣੀ 'ਚ ਪਾ ਕੇ ਪਤਾ ਨਹੀਂ ਕਾਹਦੇ 'ਚ ਪਾ ਕੇ ਧਰੀ ਰੱਖਦੀ ਕਿ 500 ਰੁਪਈਆ ਬਣੂਗਾ। 2-2 ਸਾਲ ਪਹਿਲਾਂ ਤੋਂ ਪਾਣੀ 500 ਰੁਪਈਆ ਬਣਦੇ ਨਹੀਂ ਸੀ। ਰੋਜ਼ ਤੜਕੇ ਉੱਠ ਕੇ ਆ ਕੇ ਦੇਖਦੇ। ਤੁਸੀਂ ਵੀ ਸੁਣੀ ਕਿਸੇ ਨੇ ਗੱਲ? ਤਾਂ ਜੰਗਲੀ ਜੀਵਾਂ ਲਈ ਪ੍ਰੋਜੈਕਟ ਐਲੀਫੈਂਟ ਕਦੋਂ ਸ਼ੁਰੂ ਕੀਤਾ ਗਿਆ ਸੀ? 91, 92, 93 ਕਿ 90? ਤਾਂ ਇਹ ਸ਼ੁਰੂ ਕੀਤਾ ਗਿਆ ਸੀ ਭਾਈ ਬੀ ਨੰਬਰ ਆਪਸ਼ਨ 1992 ਦੇ ਵਿੱਚ। ਭਾਰਤ ਦੇ ਵਿੱਚ ਸੋਨੇ ਦੀਆਂ ਪ੍ਰਸਿੱਧ ਖਾਣਾਂ ਦੱਸੋ। ਸੋਨੇ ਦੀਆਂ ਪ੍ਰਸਿੱਧ ਖਾਣਾਂ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਭਾਈ। ਬੱਚੋ ਇਹ ਜਿਹਾ ਡਾਟਾ ਤੁਹਾਨੂੰ ਫ੍ਰੀ 'ਚ ਪ੍ਰੋਵਾਈਡ ਹੋਈ ਜਾਂਦਾ ਤਾਂ ਬਹੁਤ ਵੱਡੀ ਗੱਲ ਹੈ। ਆਪਦੀ ਪੜ੍ਹਾਈ ਦੀ ਕਦਰ ਕਰੋ ਅਤੇ ਦੇਖੋ ਜਲਦੀ ਤੋਂ ਜਲਦੀ ਜਿੰਨੀ ਵੀ ਵੀਡੀਓ ਕਰਾਉਣਾ ਫਿਰ ਹੀ ਜਾਇਆ ਕਰੋ। ਨਾਲ ਦੇ ਨਾਲ ਰਿਵੀਜ਼ਨ ਵੀ ਨਾਲ ਦੇ ਨਾਲ ਹੀ ਕਰੀ ਜਾਇਆ ਕਰੋ। ਰਿਵੀਜ਼ਨ ਕਰਨ ਦਾ ਫਾਇਦਾ ਕੀ ਹੈ? ਫਾਇਦਾ ਤੁਹਾਡਾ ਇਹ ਹੈ ਕਿ ਤੁਹਾਡੇ ਕੋਲ ਮੌਕੇ 'ਤੇ ਰਿਵੀਜ਼ਨ ਨਹੀਂ ਹੋਣੀ ਪੁੱਤਰੋ, ਤੁਹਾਡੇ ਤੋਂ ਮੌਕੇ 'ਤੇ ਪੱਕਾ ਨਹੀਂ ਰਿਵੀਜ਼ਨ ਹੋਣੀ। ਤੂੰ ਦੱਸਦਾ ਕਿ ਮਹੀਨਾ ਰਹਿ ਗਿਆ, ਅੱਜ ਪੇਪਰ ਦੇ ਵਿੱਚ ਮਹੀਨੇ ਦੇ ਵਿੱਚ ਤੁਹਾਡੇ 10 ਦਿਨ ਤਾਂ ਗਏ, 20 ਦਿਨ ਰਹਿ ਗਏ ਤੁਹਾਡੇ ਕੋਲ। ਸੱਚਾਈ ਹੈ ਇਹ। ਠੀਕ ਹੈ। ਜਾਂ ਕਿਹੜੇ ਖਾਣਾ ਭਾਈ? ਕੁਲਾਰ। ਇਹ ਕਲਾਰ ਤੋਂ ਬੜਾ ਪ੍ਰਸ਼ਨ ਪੁੱਛਿਆ ਜਾਂਦਾ ਕਿ ਇਹਨਾਂ 'ਚੋਂ ਕਿਹੜੀ ਕੋਲੇ ਦੀ ਖਾਣ ਹੈ। ਤਾਂ ਕੋਲੇ ਦੀ ਖਾਣ ਜਦੋਂ ਆਪਾਂ ਪਤਾ ਲੱਗਦਾ ਤਾਂ ਆਪਾਂ ਕੁਲਾਰ 'ਤੇ ਆਨਸਰ ਲਾ ਦਿੰਦੇ, ਤਾਂ ਗਲਤ ਆ ਭਾਈ ਉਹ ਆਨਸਰ ਆਪਣਾ। ਠੀਕ ਹੈ। ਜਿਹੜੀ ਇਹ ਸੋਨੇ ਦੀ ਕੁਲਾਰ, ਸੋਨੇ ਦੀ ਵੀ ਇੱਕ ਖਾਣਾ ਉਹਦਾ ਨਾਂ ਹੈਗਾ ਕੁਲਾਰ, ਇੱਕ ਹੈਗੀ ਹੱਟੀ, ਇੱਕ ਹੈਗੀ ਰਾਮਗਿਰੀ। ਇਹ ਸਾਰੀਆਂ ਕੀ ਆ ਆਪਣੇ ਭਾਰਤ ਦੇ ਵਿੱਚ ਸੋਨੇ ਦੀਆਂ ਖਾਣਾਂ ਪ੍ਰਸਿੱਧ ਹੈਗੀਆਂ। ਠੀਕ ਹੈ। ਕੁਲਾਰ, ਹੱਟੀ, ਰਾਮਗਿਰੀ। ਕੋਲੇ ਦੀਆਂ ਕਿੰਨੀਆਂ ਕਿਸਮਾਂ ਹਨ? ਕੋਲੇ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ? ਕੋਲੇ ਦੀਆਂ 4 ਕਿਸਮਾਂ ਹੁੰਦੀਆਂ ਭਾਈ, ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ। ਕੋਲੇ ਦੀਆਂ 4 ਕਿਸਮਾਂ ਹੁੰਦੀਆਂ, ਇਹ ਗੱਲ ਯਾਦ ਰੱਖਣੀ। ਅਤੇ ਪਿਛਲੀ ਵਾਰ ਪੁੱਛਿਆ ਗਿਆ ਸੀ ਕੋਲੇ ਦੀਆਂ 4 ਕਿਸਮਾਂ ਦੇ ਦਿੱਤੀਆਂ ਸੀ, ਉਹਨਾਂ 'ਚ ਕਹਿੰਦਾ ਸੀ ਕਿ ਇਹਨਾਂ 'ਚ ਕਿਹੜੀ ਇੱਕ ਕਿਸਮ ਨਹੀਂ ਹੈਗੀ। ਤਾਂ ਇਹ ਪ੍ਰਸ਼ਨ ਵੀ ਪੱਕਾ ਪੁੱਛਣ ਦੇ ਚਾਂਸ ਨੇ ਆ ਪਿਆ। ਕੋਲੇ ਦੀਆਂ ਕਿਸਮਾਂ ਕਿਹੜੀਆਂ? ਐਂਥਰੇਸਾਈਟ, ਲਿਗਨਾਈਟ, ਬਿਟੂਸ, ਪੀਟ। ਪਹਿਲਾਂ ਤਾਂ ਤਿੰਨਾਂ ਦੇ ਨਾਂ ਯਾਦ ਕਰ ਲਓ। ਠੀਕ ਹੈ। ਕਈ ਵਾਰੀ ਪੁੱਛ ਲੈਂਦੇ ਐਂ ਲਿਖ ਦੇਣਗੇ ਕਈ ਵਾਰੀ ਉਹ ਲਿਗਨਾਈਟ, ਬਿੱਟੂ, ਪੀਟ, ਐਥਰਕੈਟਿੰਗ ਨੂੰ ਤਰਤੀਬ 'ਚ ਲਾਓ ਕਿ ਸਭ ਤੋਂ ਵਧੀਆ ਕੋਲਾ ਕਿਹੜਾ ਅਤੇ ਸਭ ਤੋਂ ਘਟੀਆ ਕੋਲਾ ਕਿਹੜਾ ਗਾ। ਠੀਕ ਹੈ। ਸਭ ਤੋਂ ਵਧੀਆ ਕੋਲਾ ਕਿਹੜਾ ਅਤੇ ਸਭ ਤੋਂ ਘਟੀਆ ਕੋਲਾ ਕਿਹੜਾ, ਇੱਕ ਤਾਂ ਇਹ ਪ੍ਰਸ਼ਨ ਬਣੂਗਾ। ਦੂਸਰਾ ਪ੍ਰਸ਼ਨ ਇਹ ਬਣ ਸਕਦਾ ਹੈਗਾ ਕਿ ਇਹਨਾਂ ਦੇ ਵਿੱਚ ਤੁਹਾਨੂੰ ਇੱਕ ਆਪਸ਼ਨ ਗਾਇਬ ਕਰ ਦੇਣਗੇ, ਤਾਂ ਉਹ ਦੱਸਣਾ ਹੋਊਗਾ ਇਹਨਾਂ 'ਚੋਂ ਕਿਹੜੀ ਇਹਦੀ ਕਿਸਮ ਹੈ ਜਿਹੜੀ ਕੋਲੇ ਦੀ। ਠੀਕ ਹੈ। ਦੂਜਾ ਪ੍ਰਸ਼ਨ ਇਹ ਬਣ ਗਿਆ। ਤੀਸਰਾ ਪ੍ਰਸ਼ਨ ਇਹ ਬਣਦਾ ਹੁੰਦਾ ਕਿ ਸਭ ਤੋਂ ਵਧੀਆ ਕਿਸਮ ਕਿਹੜੀ ਹੈ ਕੋਲੇ ਦੀ ਇਹਨਾਂ ਦੇ ਵਿੱਚੋਂ? ਸਭ ਤੋਂ ਵਧੀਆ ਕਿਸਮ ਤਾਂ ਹੈਗੀ ਹੈ ਭਾਈ ਐਂਥਰੇਸਾਈਟ। ਠੀਕ ਹੈ। ਸਭ ਤੋਂ ਵਧੀਆ ਕਿਸਮ ਹੈ। ਅਤੇ ਕੋਲੇ ਦੀ ਸਭ ਤੋਂ ਘਟੀਆ ਕਿਸਮ ਕਿਹੜੀ ਹੈ? ਪੀਟ। ਓਕੇ। ਇਹ ਗੱਲ ਵੀ ਯਾਦ ਰੱਖਣੀ ਹੈ ਪੁੱਤਰੋ। ਓਕੇ। ਕੱਚੇ ਲੋਹੇ ਦੀਆਂ ਕਿੰਨੀਆਂ ਕਿਸਮਾਂ ਹਨ? ਕੱਚੇ ਲੋਹੇ ਦੀਆਂ ਵੀ ਭਾਈ ਕਿੰਨੀਆਂ ਕਿਸਮਾਂ? 1, 2, 3 ਕਿ 4? ਤਾਂ ਕੱਚੇ ਲੋਹੇ ਦੀਆਂ ਕਿੰਨੀਆਂ ਕਿਸਮਾਂ? 4 ਕਿਸਮਾਂ ਕੱਚੇ ਲੋਹੇ ਦੀਆਂ। ਠੀਕ ਹੈ ਜੀ। ਇਹ ਗੱਲ ਵੀ ਯਾਦ ਰੱਖਣੀ ਹੈ। ਤਾਂ ਇਹਦੇ ਨਾਲ ਭਾਈ ਆਪਣਾ GK ਦਾ ਲੈਕਚਰ ਹੋ ਗਿਆ ਖ਼ਤਮ, ਅਤੇ 25 ਪ੍ਰਸ਼ਨ ਕਰਵਾਊਂਗਾ ਕੱਲ੍ਹ ਨੂੰ। ਅਤੇ ਇਸ ਤੋਂ ਬਾਅਦ ਆਪਾਂ ਸੱਚ ਅੱਜ ਹੋਮ ਬੇਸਡ ਦਾ ਵੀ ਲੈਕਚਰ ਲਾਉਣਾ ਤੁਹਾਡਾ। ਹੋਮ ਬੇਸਡ ਹੋਸਪਿਟਲ ਦਾ ਵੀ ਅੱਜ ਤੁਹਾਡਾ ਲੈਕਚਰ ਲਾਵਾਂਗੇ। ਠੀਕ ਹੈ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਧਦੇ ਰਹੋ ਭਾਈ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਯਾਰ। ਠੀਕ ਹੈ। ਵੱਧ ਤੋਂ ਵੱਧ ਵਿਊ ਹੁਣ ਵੀਡੀਓ 'ਤੇ ਫਿਰ ਪੜ੍ਹਾਉਣ ਦਾ ਹੋਰ ਵੀ ਜੀਅ ਕਰਦਾ ਗਾ। ਠੀਕ ਹੈ। ਅਤੇ ਬਹੁਤ ਤੁਹਾਡੇ ਵਾਸਤੇ ਸੋਚਿਆ ਭਾਈ, ਅਤੇ ਬਹੁਤ ਤੁਹਾਡੇ ਵਾਸਤੇ ਨੋਟਸ ਵੀ ਬਣਾ ਰਿਹਾ ਮੈਂ। ਨੋਟਸ ਵੀ ਤੁਹਾਨੂੰ ਫ੍ਰੀ ਪ੍ਰੋਵਾਈਡ ਕਰਵਾਊਂਗਾ। ਤੁਹਾਨੂੰ ਪਤਾ ਕਿ ਯਾਰ ਟਾਈਮ ਤਾਂ ਲੱਗਦੀ ਹੈ, ਨੋਟਸਾਂ ਦੇ ਟਾਈਮ ਵੀ ਕੱਢਣਾ ਪੈਂਦਾ ਹੈ ਨਾ, ਅਤੇ ਤਾਂ ਕਰਕੇ ਮੈਂ ਥੋੜ੍ਹਾ ਟਾਈਮ ਦਿਓ, ਤੁਹਾਨੂੰ ਨੋਟਸ ਮੈਂ ਸਾਰੇ ਪ੍ਰੋਵਾਈਡ ਕਰਵਾ ਦੂੰਗਾ। ਠੀਕ ਹੈ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਧਦੇ ਰਹੋ ਭਾਈ।